ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਵੀਰਾਂ ਦਾ ਤੁਹਾਡੇ ਆਪਣੇ ਚੈਨਲ ਐਗਜ਼ਾਮ ਕੀ ਰਿਪੋਰਟਿੰਗ ਦੇ ਵਿੱਚ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਅਤੇ ਲਗਭਗ ਇਹ ਆਪਣੀ 25 ਨੰਬਰ ਵੀਡੀਓ ਹੈ ਜਿਹੜੀ ਪੋਲਟੀ ਦੇ ਨਾਲ ਸੰਬੰਧਿਤ ਹੈ। ਅਤੇ ਵੀਡੀਓ ਦੇ ਸ਼ੁਰੂਆਤੀ ਦੇ ਵਿੱਚ ਜੇਕਰ ਤੁਸੀਂ ਇੱਥੋਂ ਕੁਛ ਸਿੱਖਣਾ ਹੈ ਤਾਂ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ, ਅਦਰਵਾਈਜ਼ ਤੁਸੀਂ ਵੀਡੀਓ ਨੂੰ ਹੁਣੇ ਸਕਿਪ ਕਰ ਦਿਓ, ਕੋਈ ਫਾਇਦਾ ਨਹੀਂ ਹੈਗਾ 5-10 ਮਿੰਟ ਵੀਡੀਓ ਦੇਖਣ ਦਾ। ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ। ਨਾਗਰਿਕਤਾ ਕਾਫੀ ਮਹੱਤਵਪੂਰਨ ਟੌਪਿਕ ਹੈ, ਕਾਫੀ ਬੱਚਿਆਂ ਦੀ ਕਨਫਿਊਜ਼ਨ ਹੋਣੀ ਹੈ ਅਤੇ ਅੱਜ ਉਹ ਕਨਫਿਊਜ਼ਨ ਕੀ ਹੈ ਕਲੀਅਰ ਹੋ ਜਾਣੀ ਹੈ ਜੇਕਰ ਤੁਸੀਂ ਅੰਤ ਤੱਕ ਵੀਡੀਓ ਦੇ ਬਣੇ ਰਹੇ। ਸਭ ਤੋਂ ਪਹਿਲਾਂ ਜਦੋਂ ਨਾਗਰਿਕਤਾ ਦੀ ਗੱਲ ਆਉਂਦੀ ਹੈ ਤਾਂ ਸਾਡੇ ਮਨ ਦੇ ਵਿੱਚ ਕੀ ਆਉਂਦਾ ਗਾ, ਨਗਰ ਜਾਂ ਨਗਰ ਦਾ ਵਾਸੀ ਇੱਥੋਂ, ਹੈ ਨਾ। ਤਾਂ ਇਹ ਸਭ ਚੀਜ਼ਾਂ ਹੈਗੀਆਂ ਨੇ। ਜੇਕਰ ਆਪਾਂ ਨਾਗਰਿਕਾਂ ਨੂੰ ਦੇਖੀਏ, ਸਭ ਤੋਂ ਪਹਿਲਾਂ ਦੋ ਹਿੱਸਿਆਂ ਦੇ ਵਿੱਚ ਜਿਹੜੀ ਹੈ ਨਾਗਰਿਕਤਾ ਦੀ ਗੱਲ ਕੀਤੀ ਜਾਂਦੀ ਹੈ। ਇੱਕ ਹੁੰਦੇ ਨੇਗੇ ਨਾਗਰਿਕ, ਇੱਕ ਹੁੰਦਾ ਵਿਦੇਸ਼ੀ। ਇਹ ਦੋ ਟਾਈਪ ਜਿਹੜੀਆਂ ਹੁੰਦੀਆਂ ਨੇ। ਹੁਣ ਸਭ ਤੋਂ ਪਹਿਲਾਂ ਜਦੋਂ ਆਪਾਂ ਨਾਗਰਿਕ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਹੁੰਦਾ ਗਾ ਵੀ ਉਹ ਕਿਸੇ ਰਾਜ ਦੇ ਮੈਂਬਰ ਹੁੰਦੇ ਨੇਗੇ ਜਿਨ੍ਹਾਂ ਨੂੰ ਸਿਵਲ ਅਤੇ ਰਾਜਨੀਤਿਕ ਅਧਿਕਾਰ ਪ੍ਰਾਪਤ ਹੁੰਦੇ ਨੇਗੇ। ਵਿਦੇਸ਼ੀਆਂ ਨੂੰ ਕੀ ਆ, ਇਹ ਕੁਛ ਇਹ ਹਾਲੇ ਆਪਣਾ ਸਸਪੈਂਸ ਹੈ ਇਹਦੇ ਉੱਪਰ ਵੀ, ਕੀ ਕੁਛ ਆਪਾਂ ਹਾਲੇ ਪੜ੍ਹਾਂਗੇ ਇਹਦੇ ਬਾਰੇ, ਬਿਲਕੁਲ ਡੀਪਲੀ ਜਾਣ ਦੀ ਕੋਸ਼ਿਸ਼ ਕਰਾਂਗੇ। ਸਟਾਰਟਿੰਗ ਦੇ ਵਿੱਚ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਨਾਗਰਿਕਤਾ ਹੈ ਉਹ ਅਸਲ ਦੇ ਵਿੱਚ ਕੀ ਹੈ, ਨਾਗਰਿਕਤਾ ਤੋਂ ਭਾਵ ਕੀ ਲਿਆ ਜਾ ਸਕਦਾ ਹੈ। ਅਤੇ ਇੱਕ ਛੋਟਾ ਜਿਹਾ ਗੱਲ ਹੈ, ਇਹ ਇੱਕ ਅਧਿਕਾਰ ਹੈ ਜਿਸ ਨੂੰ ਬਹੁਤ ਸਾਰੇ ਅਧਿਕਾਰ ਹੁੰਦੇ ਨੇਗੇ। ਨਾਗਰਿਕਤਾ ਇੱਕ ਅਧਿਕਾਰ ਹੈ ਜਿਸ ਦੇ ਨਾਲ ਬਹੁਤ ਸਾਰੇ ਅਧਿਕਾਰ ਸਾਡੇ ਕੋਲ ਆ ਜਾਂਦੇ ਨੇਗੇ। ਇਹ ਕੀ ਹੈ, ਰਾਈਟ ਟੂ ਹੈਵ ਰਾਈਟਸ। ਰਾਈਟ ਟੂ ਹੈਵ ਰਾਈਟਸ ਦਾ ਜਿਹੜਾ ਕਨਸੈਪਟ ਹੈ ਇਹਦੇ ਉੱਪਰ ਲਾਗੂ ਹੁੰਦਾ। ਰਾਈਟਸ ਟੂ ਹੈਵ ਰਾਈਟਸ, ਠੀਕ ਹੈ। ਇਹ ਜਿਹੜਾ ਕਨਸੈਪਟ ਹੈ ਇਹਦੇ ਉੱਪਰ ਲਾਗੂ ਹੁੰਦਾ। ਤਾਂ ਹੁਣ ਸਭ ਤੋਂ ਪਹਿਲਾਂ ਜਦੋਂ ਆਪਾਂ ਇਹਦੇ ਉੱਪਰ ਜਾਣ ਦੀ ਗੱਲ ਕਰਦੇ ਹਾਂ ਤਾਂ ਥੋੜ੍ਹਾ ਜਿਹਾ ਭਾਰਤੀ ਸੰਵਿਧਾਨ ਦੇ ਵਿੱਚ ਜੋ ਕੁਝ ਗੱਲਾਂ ਕਹੀਆਂ ਗਈਆਂ ਨੇ ਵੀ ਕਿਹੜੇ ਅਧਿਕਾਰ ਨੇ ਕਿ ਨਾਗਰਿਕਾਂ ਨੂੰ ਪ੍ਰਾਪਤ ਹੋਣਗੇ ਜਾਂ ਕਿਹੜੇ ਨਾਗਰਿਕਾਂ ਨੂੰ ਜਿਹੜੇ ਵਿਦੇਸ਼ੀ ਨੇਗੇ ਉਹਨਾਂ ਨੂੰ, ਠੀਕ ਹੈ। ਆਪਾਂ ਇੱਥੋਂ ਇਹ ਚੀਜ਼ ਕਲੀਅਰ ਕਰ ਸਕਦੇ ਹਾਂ ਵੀ ਕੌਣ ਭਾਰਤ ਦਾ ਨਾਗਰਿਕ ਹੈ ਜਾਂ ਕੌਣ ਨਹੀਂ ਹੈ। ਤਾਂ ਇੱਥੇ ਇੱਕ ਛੋਟੀ ਜਿਹੀ ਗੱਲ ਹੈ ਵੀ ਜਿਹੜੇ ਮੂਲ ਅਧਿਕਾਰ ਨੇ, ਜਿਹੜੇ ਮੂਲ ਅਧਿਕਾਰਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਮੂਲ ਅਧਿਕਾਰ ਲਗਭਗ ਆਪਣਾ ਭਾਗ 3 ਦੇ ਵਿੱਚ ਹੈ। ਤਾਂ ਉਹਦੇ ਵਿੱਚ ਜਦੋਂ ਆਪਾਂ ਆਰਟੀਕਲ 14 ਦੀ ਗੱਲ ਕਰਦੇ ਹਾਂ, 21 ਦੀ ਗੱਲ ਕਰਦੇ ਹਾਂ, ਆਰਟੀਕਲ 25 ਦੀ ਗੱਲ ਕਰਦੇ ਹਾਂ, ਇਹ ਆਰਟੀਕਲ ਚਾਹੇ ਉਹ ਨਾਗਰਿਕ ਹੈ ਚਾਹੇ ਵਿਦੇਸ਼ੀ ਹੈ, ਉਸ ਨੂੰ ਇਹ ਅਧਿਕਾਰ ਕੀ ਹੈ ਪ੍ਰਾਪਤ ਹੋਣਗੇ, ਭਾਵ ਸਮਾਨਤਾ ਦਾ, ਚਾਹੇ ਉਹ ਦੇਸ਼ ਦਾ ਨਾਗਰਿਕ ਹੈ ਚਾਹੇ ਨਹੀਂ ਹੈ, ਭਾਵ ਕਾਨੂੰਨ ਦੇ ਸਾਹਮਣੇ ਆਪਣੀ ਗੱਲ ਰੱਖਣ ਦਾ ਕੀ ਹੈ ਅਧਿਕਾਰ ਉਸ ਨੂੰ ਹੈਗਾ, ਜੀਵਨ ਦਾ ਅਧਿਕਾਰ ਉਸ ਨੂੰ ਹੈਗਾ ਅਤੇ ਧਾਰਮਿਕ ਸੁਤੰਤਰਤਾ ਦਾ ਵੀ ਅਧਿਕਾਰ ਉਸ ਨੂੰ ਹੈਗਾ। ਭਾਵ ਇਹ ਤਾਂ ਸਭ ਨੂੰ ਹੈਗੇ ਆ, ਚਾਹੇ ਉਹ ਕਿਸੇ ਵੀ, ਚਾਹੇ ਉਹ ਦੇਸ਼ ਦਾ ਨਾਗਰਿਕ ਹੈਗਾ ਚਾਹੇ ਦੇਸ਼ ਦਾ ਨਾਗਰਿਕ ਨਹੀਂ ਹੈਗਾ। ਅਤੇ ਕੁਛ ਇਹੋ ਜਿਹੇ ਅਧਿਕਾਰ ਜੋ ਸਿਰਫ ਭਾਰਤੀ ਨਾਗਰਿਕਾਂ ਦੇ ਲਈ ਹੈਗੇ ਨੇਗੇ। ਉਹਨਾਂ ਦੇ ਵਿੱਚ ਜਦੋਂ ਆਪਾਂ ਆਰਟੀਕਲ 15 ਦੀ ਗੱਲ ਕਰਦੇ ਹਾਂ, ਆਰਟੀਕਲ 15 ਦੇ ਵਿੱਚ ਆਪਾਂ ਨੂੰ ਪਤਾ ਹੈ ਸਿੱਖਿਆ ਖੇਤਰ ਦੇ ਵਿੱਚ ਜਿਹੜਾ ਆਰਕਸ਼ਣ ਮਿਲਦਾ ਹੈ ਉਹ ਆਰਟੀਕਲ 15 ਦੇ ਤਹਿਤ। ਆਰਟੀਕਲ 16 ਦੇ ਵਿੱਚ ਅਫਸਰਾਂ ਦੀ ਸਮਾਨਤਾ ਅਤੇ ਇਸ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਜਿਹੜਾ ਆਰਕਸ਼ਣ ਹੈ ਉਹ 16 ਦੇ ਤਹਿਤ ਮਿਲਦਾ ਹੈ। 19 ਦੇ ਵਿੱਚ ਭਾਸ਼ਣ ਦੇਣ ਦੀ ਸੁਤੰਤਰਤਾ, ਸੁਤੰਤਰਤਾਵਾਂ ਜਿਹੜੀਆਂ ਹੈਗੀਆਂ ਨੇ। ਅਤੇ 20 ਦੇ ਤਹਿਤ ਕੁਛ ਜਿਹੜੇ ਕੈਦ ਦੇ ਸਮੇਂ ਜਿਹੜੇ ਅਧਿਕਾਰ ਹੁੰਦੇ ਨੇਗੇ ਉਹ। ਉਸ ਤੋਂ ਬਾਅਦ ਜਿਹੜਾ 30 ਸੀਗਾ ਲਗਭਗ ਆਪਾਂ ਸੰਪੱਤੀ ਦੀ ਜਿਹੜੀ ਗੱਲ ਕਰਦੇ ਸੀਗੇ। ਅਤੇ ਇਹ ਸਭ ਜਾਂ ਮਾਈਨੋਰਿਟੀ ਦੇ ਕੁਛ ਆਰਟੀਕਲ ਜਾਂ ਅਧਿਕਾਰ ਸੀ 29 ਦੇ, ਉਹ ਸਾਰੇ ਆਪਾਂ ਦੇਖਦੇ ਹਾਂ ਜਿਹੜੇ ਸੀਗੇ ਭਾਰਤੀ ਨਾਗਰਿਕਾਂ ਨੂੰ ਕਿੰਨੇ ਗੇ ਅਧਿਕਾਰ ਪ੍ਰਾਪਤ ਨੇਗੇ। ਜਾਂ ਆਰਟੀਕਲ 32 ਦੀ ਗੱਲ ਕਰ ਲਈ ਇਹ ਵੀ, ਹੈ ਨਾ। ਤਾਂ ਉਸ ਦੇ ਵਿੱਚ ਜਿਹੜਾ ਮਹੱਤਵਪੂਰਨ ਚੀਜ਼ ਆਉਂਦਾ ਹੈ ਨਾ, ਕਿ ਜਿਹੜਾ ਨਾਗਰਿਕਤਾ ਦੇ ਵਿੱਚ ਕੋਈ ਵੀ ਦੇਸ਼, ਕੋਈ ਵੀ ਬੰਦਾ ਹੈ ਨਾ, ਕਿਸੇ ਵੀ ਦੇਸ਼ ਦੀ ਨਾਗਰਿਕਤਾ ਕਿਉਂ ਛੱਡਦਾ ਹੈਗਾ। ਇਸ ਦੇ ਥੋੜ੍ਹੇ ਜਿਹੇ ਕਾਰਨ ਹੁੰਦੇ ਨੇਗੇ, ਕਿਉਂ ਕਿਸੇ ਨੂੰ ਵਿਦੇਸ਼ੀ ਬਣਨਾ ਪੈਂਦਾ ਜਾਂ ਕੋਈ ਕਿਉਂ ਕਿਸੇ ਦੇਸ਼ ਦਾ ਨਾਗਰਿਕ ਹੁੰਦਾ, ਉਸ ਦੇ ਉੱਪਰ ਆਪਾਂ ਇਸ ਚੀਜ਼ ਦੀ ਜਿਹੜੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਇਸ ਦੇ ਉੱਪਰ ਛੋਟੇ ਜਿਹੇ ਕਾਰਨ ਹੁੰਦੇ ਨੇਗੇ, ਕਿਉਂਕਿ ਅੱਜ ਦੇ ਸਮੇਂ ਜਿਹੜਾ CAA, NRC ਜਾਂ NPR ਹੈ ਜਿਹੜਾ, ਉਹ ਕਾਫੀ ਚਰਚਾ ਦੇ ਵਿੱਚ ਰਿਹਾ ਸੀਗਾ ਅਤੇ ਉਸ 'ਤੇ ਕਾਫੀ ਸਾਰੇ ਮੁੱਦੇ ਆਪਾਂ ਨੂੰ ਇੱਥੇ ਜਾਂ ਆਪਣੇ ਮਾਸਟਰ ਕੈਡਰ ਦੇ ਨਾਲ ਸੰਬੰਧਿਤ ਕੁਛ ਮਹੱਤਵਪੂਰਨ ਜਾਣਕਾਰੀ ਆਪਾਂ ਨੂੰ। ਹੁਣ ਕਿਉਂ ਕੋਈ ਦੇਸ਼ ਛੱਡਦਾ ਹੈ, ਇੱਥੇ ਰੀਜ਼ਨ ਹੈ। ਇੱਕ ਤਾਂ ਸਭ ਤੋਂ ਪਹਿਲਾਂ ਜਦੋਂ ਉਹ ਅਸਮਾਨਤਾ ਦਾ ਸ਼ਿਕਾਰ ਹੋਵੇ, ਅਸਮਾਨਤਾ ਦਾ ਸ਼ਿਕਾਰ ਹੋਵੇ ਵੀ ਉਹਨਾਂ ਨੂੰ ਬਰਾਬਰ ਕੀ ਹੈ ਜਿਹੜੇ ਹੈਗੇ ਨੇ ਉਹਨਾਂ ਨੂੰ ਸਮਾਨ ਜਿਹੜੇ ਅਧਿਕਾਰ ਪ੍ਰਾਪਤ ਨਹੀਂ ਹੋ ਰਹੇ, ਕੁਛ ਨੂੰ ਅਧਿਕਾਰ ਦਿੱਤੇ ਜਾ ਰਹੇ ਨੇ, ਕੁਛ ਨੂੰ ਅਧਿਕਾਰ ਨਹੀਂ ਦਿੱਤੇ ਜਾ ਰਹੇ।
ਦੂਜੀ ਕੀ ਹੁੰਦੀ ਹੈ ਸੰਭਾਵਨਾ। ਮੰਨ ਲਓ ਆਪਣੇ ਦੇਸ਼ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ ਪੰਜਾਬ ਦੇ ਲੋਕ ਕੈਨੇਡਾ ਅਮਰੀਕਾ ਦੇ ਵੱਲ ਵਿਦੇਸ਼ਾਂ ਦੇ ਵੱਲ ਭੱਜ ਰਹੇ ਨੇਗੇ। ਉਹਨਾਂ ਨੂੰ ਲੱਗਦਾ ਵੀ ਸਾਡੀ ਉੱਥੇ ਸਾਡੀ ਜਿਹੜੀ ਸਕਿੱਲ ਦੀ ਹੈ ਜਾਂ ਸਾਡੀ ਤਾਕਤ ਦੀ ਹੈ ਜਾਂ ਸਾਡੇ ਕੰਮ ਦੀ ਹੈ ਉੱਥੇ ਵੈਲਿਊ ਜ਼ਿਆਦਾ ਹੈ, ਉੱਥੇ ਸੰਭਾਵਨਾ ਜ਼ਿਆਦਾ ਹੈ ਨਾ। ਜਾਂ ਕੋਈ ਕੰਪਨੀ ਵਗੈਰਾ ਲਗਾਉਣ ਦੇ ਲਾਲਚ ਦੇ ਨਾਲ ਕੋਈ ਦੇਸ਼ ਆਪਦਾ ਛੱਡ ਦਿੰਦੇ ਨੇਗੇ। ਉਸ ਤੋਂ ਬਾਅਦ ਹੁੰਦਾ ਉਤਪੀੜਨ। ਉਤਪੀੜਨ ਦੇ ਵਿੱਚ ਕੀ ਹੈ, ਉਹਨਾਂ ਦੇ ਨਾਲ ਨਾ ਤਾਂ ਅਸਮਾਨਤਾ ਨਾ ਕੋਈ ਸੰਭਾਵਨਾ ਨਜ਼ਰ ਆ ਰਹੀ। ਭਾਵ ਉਹਨਾਂ ਨੂੰ ਚਾਹੇ ਜਾਤੀ ਦੇ ਨਾਮ 'ਤੇ, ਚਾਹੇ ਧਰਮ ਦੇ ਨਾਮ 'ਤੇ, ਚਾਹੇ ਕਿਸੇ ਵੀ ਚੀਜ਼ ਦੇ ਨਾਮ 'ਤੇ, ਭਾਸ਼ਾ ਦੇ ਆਧਾਰ 'ਤੇ, ਕਿਸੇ ਵੀ ਆਧਾਰ 'ਤੇ ਉਹਨਾਂ ਦਾ ਕੀ ਹੈ ਵੱਡੇ ਪੱਧਰ 'ਤੇ ਉਤਪੀੜਨ ਕੀਤਾ ਜਾ ਰਿਹਾ ਹੈ। ਉਹ ਲੋਕ ਕੀ ਹੈ ਕਿਸੇ ਵੀ ਦੇਸ਼ ਨੂੰ ਛੱਡਣ ਦੇ ਲਈ ਕੀ ਹੈ ਮਜਬੂਰ ਹੁੰਦੇ ਨੇਗੇ। ਹੁਣ ਜਦੋਂ ਸਭ ਤੋਂ ਕੋਈ ਵੱਡੀ ਗੱਲ ਆਉਂਦੀ ਹੈ, ਜੇਕਰ ਆਪਾਂ 1951 ਦੇ ਵਿੱਚ ਦੇਖੀਏ ਤਾਂ ਲਗਭਗ ਜਿਹੜਾ UNHRC ਸੀਗਾ, ਠੀਕ ਹੈ, UNHRC ਸੀਗਾ, ਉਸ ਦੀ ਕਨਵੈਨਸ਼ਨ ਹੋਈ ਸੀ 1951 ਦੇ ਵਿੱਚ। ਅਤੇ ਇੱਕ ਇਹਨਾਂ ਨੇ 1967 ਦੇ ਵਿੱਚ ਡਾਕੂਮੈਂਟ ਜਾਰੀ ਕੀਤਾ ਸੀਗਾ। ਇਹਨਾਂ ਦੋਨੋਂ ਡਾਕੂਮੈਂਟ ਦੇ ਉੱਪਰ ਭਾਰਤ ਦੁਆਰਾ ਸਾਈਨ ਨਹੀਂ ਕੀਤੇ ਗਏ। ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਇਹ ਹੋਈ ਸੀਗੀ ਰਿਫਿਊਜੀ ਦੇ ਨਾਲ ਸੰਬੰਧਿਤ ਜਿਹੜਾ ਇਹ ਸੰਗਠਨ ਹੈਗਾ ਵੱਡੇ ਪੱਧਰ 'ਤੇ ਹੈ, UNO ਦੇ ਹੇਠ ਜਿਹੜਾ ਚੱਲਦਾ। ਤਾਂ ਇਹਨਾਂ ਨੇ 1951 ਦੇ ਵਿੱਚ ਲਗਭਗ 145 ਦੇਸ਼ਾਂ ਨੇ ਸਾਈਨ ਕੀਤੇ ਸੀਗੇ, ਪਰ ਲੇਕਿਨ ਭਾਰਤ ਦੁਆਰਾ ਉਸ ਦੇ ਉੱਪਰ ਹਾਲੇ ਤੱਕ ਸਾਈਨ ਨਹੀਂ ਕੀਤੇ ਗਏ। ਇਸ ਕਰਕੇ ਭਾਰਤ ਦੀ ਸ਼ਰਨਾਰਥੀ ਸੰਬੰਧੀ ਕੋਈ ਪੱਕੀ ਨੀਤੀ ਨਹੀਂ ਹੈਗੀ। ਜੋ ਵੀ ਸੰਸਦ ਨੂੰ ਲੱਗਦਾ, ਜਿਸ ਤਰ੍ਹਾਂ ਵੀ ਲੱਗਦਾ ਉਸ ਤਰ੍ਹਾਂ ਦਾ ਉਹ ਐਕਟ ਉਸ ਸਮੇਂ ਪਾਸ ਕਰ ਦਿੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵਿਦੇਸ਼ੀ ਕੌਣ ਹੁੰਦੇ ਨੇਗੇ। ਹੁਣ ਨਾਗਰਿਕਤਾ ਲਗਭਗ ਤੁਹਾਨੂੰ ਪਤਾ ਲੱਗ ਗਿਆ, ਜਿਸ ਨੂੰ ਵੀ ਸਿਵਲ ਅਧਿਕਾਰ ਪ੍ਰਾਪਤ ਹੈ। ਫਿਰ ਉਹ ਨਾਗਰਿਕਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ, ਕਿਵੇਂ ਜਾ ਸਕਦੀ ਹੈ, ਉਹਦੀ ਆਪਾਂ ਹਾਲੇ ਇਸ ਵੀਡੀਓ ਦੇ ਵਿੱਚ ਚਰਚਾ ਕਰਨੀ ਹੈ। ਹੁਣ ਵਿਦੇਸ਼ੀਆਂ ਦੇ ਵਿੱਚ ਆ ਜਾਂਦਾ ਕਿ ਵਿਦੇਸ਼ੀ ਕਿੰਨੇ ਪ੍ਰਕਾਰ ਦੇ ਹੁੰਦੇ ਨੇਗੇ। ਹੁਣ ਜਦੋਂ ਵਿਦੇਸ਼ੀਆਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਵਿਦੇਸ਼ੀ ਦੇ ਵਿੱਚ ਜਿਹੜੀ ਇਹ 3 ਟਾਈਪ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਸਭ ਤੋਂ ਪਹਿਲਾਂ ਜਦੋਂ ਵਿਦੇਸ਼ੀ ਦੀ ਗੱਲ ਆਪਾਂ ਕਰਦੇ ਹਾਂ ਤਾਂ ਇਹਦੇ ਵਿੱਚ ਜਿਹੜੀ ਮਹੱਤਵਪੂਰਨ ਚੀਜ਼ ਹੈ ਉਹ ਹੈਗੀ ਹੈ ਕਿ ਸਭ ਤੋਂ ਪਹਿਲਾਂ ਕਾਨੂੰਨੀ ਤੌਰ 'ਤੇ ਵਿਦੇਸ਼ੀ ਕੌਣ ਹੁੰਦੇ ਨੇਗੇ, ਜੋ ਤਾਂ ਜਾਂ ਤਾਂ ਵੀਜ਼ਾ ਲੈ ਕੇ ਆ ਰਹੇ ਨੇਗੇ ਜਾਂ ਪਾਸਪੋਰਟ ਦੇ ਰਾਹੀਂ, ਜਿਵੇਂ ਆਪਾਂ ਨੇਪਾਲ ਤੋਂ, ਜਾਂ ਕੋਈ ਵਰਕ ਪਰਮਿਟ ਜਾਂ ਕੋਈ ਸਮਝੌਤਾ ਜਿਵੇਂ ਆਪਣਾ ਨੇਪਾਲ ਜਾਂ ਭੂਟਾਨ ਦੇ ਨਾਲ ਹੋਇਆ, ਉਹ ਸਮਝੌਤਾ ਵੀ ਚੱਲਦਾ। ਤਾਂ ਇਹ ਤਾਂ ਹੈਗੇ ਆ ਵੈਧ। ਜਾਂ ਫਿਰ ਕੋਈ OCCI ਜਿਹੜਾ ਓਵਰਸੀਜ਼ ਆਪਾਂ ਲਗਭਗ ਹੁਣ ਬਣਾਇਆ ਗਿਆ ਇੱਕ, ਜਿਵੇਂ ਆਪਣੇ ਭਾਰਤ ਦੇ NRI ਦੀ ਗੱਲ ਕਰਦੇ ਹਾਂ ਅਤੇ ਭਾਰਤ ਜਿਹੜੇ ਦੂਜੇ ਦੇਸ਼ਾਂ 'ਚ ਰਹਿੰਦੇ ਨੇਗੇ NRIs, ਜਿਹੜੇ ਭਾਰਤ ਦੇ ਵਿੱਚ ਦੂਜੇ ਦੇਸ਼ਾਂ ਦੇ ਲੋਕ ਰਹਿ ਰਹੇ ਨੇਗੇ, ਉਹਨਾਂ ਨੂੰ OCC ਕਿਹਾ ਜਾਂਦਾ ਵੀ ਵੈਧ ਤਰੀਕੇ ਨਾਲ ਭਾਰਤ ਦੇ ਵਿੱਚ ਰਹੇ ਨੇ, ਉਹਨਾਂ ਕੋਲ ਪੂਰੇ ਡਾਕੂਮੈਂਟ ਹੈਗੇ ਆ, ਪਾਸਪੋਰਟ ਹੈਗਾ, ਵੀਜ਼ਾ ਹੈਗਾ, ਉਹ ਤਾਂ ਹੈਗੇ ਆ ਕਾਨੂੰਨੀ ਤੌਰ 'ਤੇ। ਅਤੇ ਹੁਣ ਗੈਰ ਕਾਨੂੰਨੀ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇਗੇ ਗੈਰ ਕਾਨੂੰਨੀ ਵਿਦੇਸ਼ੀ, ਠੀਕ ਹੈ, ਜਿਨ੍ਹਾਂ ਨੂੰ ਇਲਲੀਗਲ ਕਿਹਾ ਜਾ ਸਕਦਾ। ਇਹਦੇ ਵਿੱਚ ਕਿਹੜੇ ਕਿਹੜੇ ਵਿਦੇਸ਼ੀ ਸ਼ਾਮਿਲ ਹੋ ਸਕਦੇ ਨੇਗੇ। ਇੱਕ ਤਾਂ ਉਹ ਜੋ ਘੁਸਪੈਠ ਦੇ ਰਾਹੀਂ ਗਲਤ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਐਂਟਰ ਹੋਏ ਨੇ, ਉਹਨਾਂ ਕੋਲ ਡਾਕੂਮੈਂਟ ਹੈਗੇ ਆ ਪਰ ਗਲਤ ਤਰੀਕੇ ਦੇ ਨਾਲ ਕੀ ਹੈ ਉਹ ਭਾਰਤ ਦੇ ਵਿੱਚ ਕੀ ਹੈ ਸ਼ਾਮਿਲ ਹੋਏ ਨੇਗੇ। ਅਤੇ ਉਸ ਤੋਂ ਬਾਅਦ ਕੁਝ ਘੁਸਪੈਠੀ ਇਹੋ ਜਿਹੇ ਹੁੰਦੇ ਨੇਗੇ ਜਿਨ੍ਹਾਂ ਦੇ ਕੋਲ, ਘੁਸਪੈਠੀ ਵੀ 2 ਤਰੀਕੇ ਦੇ ਹੁੰਦੇ ਨੇਗੇ, ਜਿਨ੍ਹਾਂ ਦੇ ਕੋਲ ਕੁਝ ਡਾਕੂਮੈਂਟ ਹੈਗੇ ਆ ਪਰ ਗਲਤ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਐਂਟਰ ਹੋਏ ਨੇਗੇ। ਉਸ ਤੋਂ ਬਾਅਦ ਕੁਛ ਹੈਗੇ ਆ ਜਿਨ੍ਹਾਂ ਦੇ ਕੋਲ ਬਿਲਕੁਲ ਵੀ ਡਾਕੂਮੈਂਟ ਨਹੀਂ ਹੈਗਾ ਅਤੇ ਉਹ ਵੀ ਭਾਰਤ ਦੇ ਵਿੱਚ ਘੁਸਪੈਠ ਦੇ ਤਰੀਕੇ ਦੇ ਨਾਲ ਐਂਟਰ ਹੋ ਗਏ। ਉਸ ਤੋਂ ਬਾਅਦ ਕੁਛ ਇਹੋ ਜਿਹੇ ਆ ਗਏ ਜਿਨ੍ਹਾਂ ਦੇ ਕੋਲ ਡਾਕੂਮੈਂਟ ਤਾਂ ਸੀਗੇ ਪਰ ਭਾਰਤ ਦੇ ਵਿੱਚ ਆਉਂਦੇ ਹੋਏ ਉਹਨਾਂ ਦੇ ਕੀ ਹੈ, ਜਿਵੇਂ ਮੰਨ ਲਾ ਵਰਕ ਪਰਮਿਟ 'ਤੇ ਕੋਈ ਆਇਆ ਸੀਗਾ, ਉਸਦੇ ਡਾਕੂਮੈਂਟ ਖਤਮ ਹੋ ਗਏ ਅਤੇ ਉਸ ਤੋਂ ਬਾਅਦ ਉਹ ਚੀਜ਼ ਵੀ ਕੀ ਹੈ ਗੈਰ ਕਾਨੂੰਨੀ ਤੌਰ 'ਤੇ, ਹੈ ਨਾ। ਜਾਂ ਫਿਰ ਇੱਕ ਹੋਰ ਜਿਹੜੀ ਚੀਜ਼ ਹੈ ਗੈਰ ਕਾਨੂੰਨੀ ਜਿਹੜੀ ਹੈ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ ਜਾਂ ਗੈਰ ਕਾਨੂੰਨੀ ਵਾਸੀ ਇਹਨਾਂ ਨੂੰ ਕਿਹਾ ਜਾਂਦਾ। ਲਗਭਗ ਜਿਹੜੇ ਉੱਪਰਲੇ ਹੁੰਦੇ ਨੇ ਗੈਰ ਕਾਨੂੰਨੀ ਵਾਸੀ ਉਹੀ ਹੈ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਹੈਗਾ ਅਤੇ ਜਾਂ ਤਾਂ ਜਿਵੇਂ ਮੰਨ ਲਓ ਆਪਾਂ ਕਹਿ ਦਿੰਦੇ ਹਾਂ ਕਿ ਮੰਨ ਲਓ ਕਿਸੇ ਦਾ ਵੀਜ਼ਾ ਖਤਮ ਹੋ ਗਿਆ, ਉਸ ਤੋਂ ਬਾਅਦ ਉਸਨੂੰ ਜਾਣਾ ਤਾਂ ਸੀਗਾ ਪਰ ਮੰਨ ਲਓ ਕੋਈ ਬੰਗਲਾਦੇਸ਼ ਦਾ ਸੀਗਾ ਅਤੇ ਉਹ ਭਾਰਤ ਦੇ ਵਿੱਚ ਰਹਿ ਰਿਹਾ ਸੀਗਾ, ਉਸਦਾ ਵੀਜ਼ਾ ਖਤਮ ਹੋ ਗਿਆ ਅਤੇ ਉਸ ਤੋਂ ਬਾਅਦ ਉਸਨੇ ਜਾਣਾ ਸੀਗਾ ਅਤੇ ਉਹ ਲੱਭ ਨਹੀਂ ਰਿਹਾ, ਕਿਸੇ ਹੋਰ ਜਾ ਕੇ ਥਾਂ 'ਤੇ ਵਸ ਗਿਆ ਅਤੇ ਉੱਥੇ ਲਗਭਗ ਕੀ ਹੈ ਭਾਰਤ ਦੀ ਭਾਸ਼ਾ ਬੋਲੀ ਸਾਰਾ ਕੁਝ ਜਾਣਦਾ ਅਤੇ ਫਿਰ ਉਸ ਦੀ ਲਗਭਗ ਕਾਰਵਾਈ ਜਿਹੜੀ ਉਹ ਗੈਰ ਕਾਨੂੰਨੀ ਵਾਸੀ ਦੇ ਤੌਰ 'ਤੇ ਗਿਣਿਆ ਜਾਊਗਾ। ਹੁਣ ਜਿਹੜੇ ਤੀਜੇ ਟਾਈਪ ਦੇ ਆਉਂਦੇ ਨੇਗੇ ਆਪਣੇ ਸ਼ਰਨਾਰਥੀ ਦੇ ਵਿੱਚ ਕਿਹੜੇ ਸ਼ਾਮਿਲ ਕੀਤੇ ਜਾਂਦੇ ਨੇਗੇ। ਸਭ ਤੋਂ ਪਹਿਲਾਂ ਇਹ ਹੁੰਦਾ ਹੈਗਾ ਸ਼ਰਨ ਪ੍ਰਾਰਥੀ ਇਹਨਾਂ ਨੂੰ ਸਭ ਤੋਂ ਪਹਿਲਾਂ ਕਿਹਾ ਜਾਂਦਾ। ਸਭ ਤੋਂ ਪਹਿਲੀ ਜਿਹੜਾ ਇਹਨਾਂ ਦੀ ਕੈਟਾਗਰੀ ਹੈ ਸ਼ਰਨ ਪ੍ਰਾਰਥੀ ਹੁੰਦੇ ਨੇਗੇ, ਜਿਨ੍ਹਾਂ ਨੂੰ ਐਜ਼ਲਮ ਕਿਹਾ ਜਾਂਦਾ, ਭਾਵ ਪ੍ਰਾਰਥਨਾ ਕਰਦੇ ਨੇਗੇ।
ਜੇਕਰ ਕੋਈ ਬੰਦਾ ਆ ਕੇ ਕਰਦਾ, ਜਿਵੇਂ ਮੰਨ ਲਓ ਕਿਸੇ ਦੇਸ਼ ਦੇ ਵਿੱਚ ਭੁੱਖਮਰੀ ਹੋ ਗਈ, ਜਾਂ ਆਪਾਂ ਅਫਗਾਨਿਸਤਾਨ ਤੋਂ ਲੈ ਲਈਏ, ਵੀ ਉੱਥੋਂ ਦੇ ਲੋਕ ਇੱਥੇ ਆ ਕੇ ਕਹਿ ਦੇਣ ਵੀ ਸਾਨੂੰ ਕੀ ਹੈ, ਸਾਡੀ ਸਹਾਇਤਾ ਕਰੋ ਇਹ ਕੁਛ, ਅਤੇ ਉਸ ਤੋਂ ਬਾਅਦ ਸਰਕਾਰ ਦੁਆਰਾ ਕਿਹਾ ਜਾਂਦਾ ਵੀ ਜਦੋਂ ਸਥਿਤੀ ਕੀ ਹੈ ਸਮਾਨਯ ਹੋ ਜਾਊਗੀ ਤਾਂ ਅਸੀਂ ਚਲੇ ਜਾਵਾਂਗੇ। ਜਾਂ ਦਲਾਈ ਲਾਮਾ ਦੀ ਆਪਾਂ ਗੱਲ ਕਰਦੇ ਹਾਂ, ਤਿੱਬਤੀਆਂ ਦੀ ਗੱਲ ਕਰਦੇ ਹਾਂ, ਹੈ ਨਾ, ਉਹਨਾਂ ਦੇ ਇਹ ਸਾਰੀਆਂ ਚੀਜ਼ਾਂ ਹੋਣ ਤੋਂ ਬਾਅਦ ਫਿਰ ਉਹ ਲਾਸਟ ਦੇ ਵਿੱਚ ਕੀ ਬਣ ਜਾਂਦੇ ਨੇਗੇ, ਸ਼ਰਨਾਰਥੀ, ਜਦੋਂ ਸਰਕਾਰ ਦੁਆਰਾ ਕੀ ਹੈ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ। ਤਾਂ ਲਗਭਗ ਇੰਨਾ ਕੁ ਸੀਗਾ। ਹੁਣ ਜਦੋਂ ਆਪਾਂ ਇਸ ਕੰਸੈਪਟ ਦੇ ਉੱਪਰ ਕਹਾਣੀ ਰਚਦੇ ਹਾਂ, ਅਤੇ ਇੱਕ ਹੋਰ ਚੀਜ਼ ਹੈ NRI ਅਤੇ ਗ੍ਰੀਨ ਕਾਰਡ ਦੇ ਬਾਰੇ ਥੋੜ੍ਹਾ ਜਾਣ ਲੈਂਦੇ ਹਾਂ। NRI ਦੇ ਵਿੱਚ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਨੋਨ ਰੈਜ਼ੀਡੈਂਟ ਇੰਡੀਅਨ ਨੇਗੇ, ਉਹਨਾਂ ਦੇ ਕੋਲ ਨਾਗਰਿਕਤਾ ਤਾਂ ਭਾਰਤ ਦੀ ਹੈ, ਪਰ ਉਹ ਰਹਿ ਰਹੇ ਕਿਸੇ ਹੋਰ ਦੇਸ਼ ਦੇ ਵਿੱਚ ਨੇਗੇ। ਅਤੇ ਗ੍ਰੀਨ ਕਾਰਡ ਹੋਲਡਰ ਕੀ ਹੁੰਦਾ ਗਾ, ਜਿਹੜੇ ਆਪਣਾ ਲਗਭਗ ਅਮਰੀਕਾ ਜਾਰੀ ਕਰਦਾ ਹੈ, ਉਹਦੇ ਵਿੱਚ ਕੀ ਹੁੰਦਾ, ਉਸਨੂੰ ਹਰੇਕ ਜਿਹੜਾ ਗ੍ਰੀਨ ਕਾਰਡ ਹੋਲਡਰ ਦੇ ਵਿੱਚ ਕੀ ਹੁੰਦਾ ਹੈ ਕਿ ਉਸਨੂੰ ਵਾਰ-ਵਾਰ ਕੀ ਹੈ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੁੰਦੀ। ਹਰੇਕ ਅਧਿਕਾਰ ਉਸਨੂੰ ਉੱਥੇ ਮਿਲ ਜਾਂਦਾ। ਸਿਰਫ ਵੋਟਿੰਗ ਦਾ ਜਿਹੜਾ ਰਾਈਟ ਹੈ ਉਹ ਗ੍ਰੀਨ ਕਾਰਡ ਹੋਲਡਰ ਨੂੰ ਉੱਥੇ ਨਹੀਂ ਮਿਲਦਾ। ਲਗਭਗ ਇੱਥੇ ਗ੍ਰੀਨ ਕਾਰਡ ਹੋਲਡਰ ਅਤੇ ਭਾਰਤ ਦੇ ਵਿੱਚ ਇਹ ਜਿਹੜੀ ਚੀਜ਼ ਹੈ ਉਹ ਹੁੰਦਾ ਓਵਰਸੀਜ਼ ਕਾਰਡ ਹੋਲਡਰ ਉਸ ਨੂੰ ਕਿਹਾ ਜਾਂਦਾ ਹੈ ਨਾ। ਤਾਂ ਇਹ ਲਗਭਗ OCC ਜਿਹੜਾ ਭਾਰਤ ਦੇ ਵਿੱਚ ਹੈਗਾ, ਉਹ ਲਗਭਗ ਗ੍ਰੀਨ ਕਾਰਡ ਹੋਲਡਰ ਨੂੰ ਕਿਹਾ ਜਾਂਦਾ। ਤਾਂ ਹੁਣ ਇੱਥੇ ਇੰਨੀ ਕੁ ਕਹਾਣੀ ਲਗਭਗ ਤੁਹਾਡੇ ਦਿਮਾਗ ਦੇ ਵਿੱਚ ਆ ਗਈ ਹੋਊਗੀ। ਹੁਣ ਆਪਾਂ ਚੱਲਦੇ ਹਾਂ ਜਿਹੜਾ ਨੈਕਸਟ ਸਟੈਪ ਹੈ ਨਾਗਰਿਕਤਾ ਦੇ ਉੱਪਰ। ਕਾਫੀ ਮਹੱਤਵਪੂਰਨ ਜਿਹੜਾ ਇੱਥੇ ਹੋਣ ਵਾਲਾ, ਜੇਕਰ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹੋਗੇ, ਕਾਫੀ ਸਾਰੀਆਂ ਚੀਜ਼ਾਂ ਇੱਥੋਂ ਸਿੱਖਣ ਨੂੰ ਮਿਲਣਗੀਆਂ। ਅਤੇ ਹੁਣ ਜੇਕਰ ਆਪਾਂ ਨਾਗਰਿਕ ਦੇ ਤੌਰ 'ਤੇ ਦੇਖੀਏ, ਇਹ ਇੱਕ ਆਪਾਂ ਨੇ ਜਿਹੜੀ ਚਰਚਾ ਕੀਤੀ ਸੀਗੀ ਭਾਰਤ ਦੇ ਵਿੱਚ ਰਹਿ ਰਹੇ ਲੋਕਾਂ ਦੇ ਵਿੱਚ ਸੀਗਾ, ਇੱਕ ਤਾਂ ਹੁੰਦਾ ਨਾਗਰਿਕ, ਹੁੰਦਾ ਵਿਦੇਸ਼ੀ, ਇੱਕ ਹੁੰਦਾ ਰਾਜ ਵਿਹੀਨ ਵਿਅਕਤੀ। ਅਤੇ ਪਰਮਾਤਮਾ ਨਾ ਕਰੇ ਕੋਈ ਵਿਅਕਤੀ ਇਹੋ ਜਿਹਾ ਹੋਵੇ ਦੁਨੀਆ ਦੇ ਵਿੱਚ, ਕਿਉਂਕਿ ਇਹੋ ਜਿਹੇ ਲੇਖਾਂ 'ਤੇ ਜਿਹੜੇ ਲੇਖ ਕੁਛ ਵੀ ਨਹੀਂ ਹੁੰਦਾ, ਕਿਉਂਕਿ ਇਹਨਾਂ ਦੇ ਕੋਲ ਨਾ ਤਾਂ ਕੋਈ ਡਾਕੂਮੈਂਟ ਵਗੈਰਾ, ਠੀਕ ਹੈ, ਨਾ ਜਾਂ ਕੋਈ ਸਰਕਾਰ ਦੁਆਰਾ ਕੋਈ ਇਹੋ ਜਿਹਾ ਕਾਨੂੰਨ ਬਣਾ ਦਿੱਤਾ ਜਾਵੇ ਜਿਹਦੇ ਨਾਲ ਕੀ ਹੈ, ਜਿਵੇਂ ਆਪਾਂ ਦੇਖਦੇ ਹਾਂ ਮਿਆਂਮਾਰ ਤੋਂ ਰੋਹਿੰਗਿਆ ਜਿਹੜਾ ਹੋਇਆ ਸੀਗਾ, ਜਾਂ 1948 ਦੇ ਵਿੱਚ ਜਿਹੜਾ ਸੀਗਾ ਸ੍ਰੀਲੰਕਾ ਦੁਆਰਾ ਜਿਹੜਾ ਐਕਟ ਬਣਾਇਆ ਗਿਆ ਸੀਗਾ, ਉਸ ਦੇ ਤਹਿਤ ਭਾਰਤ ਦੇ ਵਿੱਚ, ਜਾਂ ਫਿਰ ਸਭ ਤੋਂ ਪਹਿਲੇ ਜਿਹੜੀ ਘਟਨਾ ਆਪਾਂ ਦੇਖੀ ਸੀਗੀ ਯਹੂਦੀਆਂ ਦਾ ਜਿਹੜਾ ਹੋਇਆ ਸੀਗਾ ਵੀ ਹਿਟਲਰ ਦੁਆਰਾ ਜਿਹੜਾ ਸੀਗਾ ਪਾਸ ਕਰ ਦਿੱਤਾ ਗਿਆ ਸੀਗਾ। ਯਹੂਦੀ ਕਿਸੇ ਵੀ ਦੇਸ਼ ਦੇ ਸ਼ਾਸਕ ਜਿਹੜੇ ਸੀਗੇ ਨਾਗਰਿਕ ਨਹੀਂ ਰਹੇ ਸੀਗੇ, ਮਤਲਬ ਸਟੇਟ ਵਿਹੀਨ ਹੋ ਗਏ ਸੀਗੇ। ਤਾਂ ਇਸੇ ਤਰ੍ਹਾਂ ਇੱਕ ਸੀਗਾ ਮਹਿਰਾਨ ਨਾਸਰੀ, ਇਹ ਈਰਾਨ ਦਾ ਸੀਗਾ, ਅਤੇ ਕੁਛ ਡਿਸਪਿਊਟ ਇਸ ਦਾ ਹੋ ਗਿਆ ਸੀਗਾ, ਅਤੇ ਇਸ ਨੂੰ ਕੀ ਸੀਗਾ ਈਰਾਨ ਤੋਂ ਕੱਢ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਇੰਗਲੈਂਡ ਦੀ ਸੰਸਦ ਨੇ ਇਸ ਨੂੰ ਲਗਭਗ ਜਿਹੜੀ ਸੀਗੀ ਬੈਲਜੀਅਮ ਦੀ ਜਿਹੜੀ ਹੈ ਉਹ ਨਾਗਰਿਕਤਾ ਦੇਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਲੇਕਿਨ ਬਾਅਦ ਦੇ ਵਿੱਚ ਇਸ ਨੂੰ ਲਗਭਗ ਉੱਥੇ ਜਦੋਂ ਪਹੁੰਚਿਆ ਤਾਂ ਉਸ ਤੋਂ ਬਾਅਦ ਇਹਦੇ ਕੀ ਹੈ ਡਾਕੂਮੈਂਟ ਜਿਹੜੇ ਸੀਗੇ ਖਤਮ ਹੋ ਗਏ ਸੀਗੇ, ਮਤਲਬ ਰਸਤੇ ਦੇ ਵਿੱਚ ਗੁੰਮ ਹੋ ਗਏ ਸੀਗੇ। ਉਸ ਤੋਂ ਬਾਅਦ ਇਸ ਨੇ ਲਗਭਗ ਉੱਥੋਂ ਦੇ ਏਅਰਪੋਰਟ ਦੇ ਉੱਪਰ ਹੀ ਪੂਰੀ ਲਗਭਗ 14-15 ਸਾਲ ਗੁਜ਼ਾਰ ਕੇ ਇੱਕ ਜਿਹੜੀ ਬੁੱਕ ਲਿਖੀ ਸੀਗੀ ਦਾ ਟਰਮੀਨਲ। ਜੇਕਰ ਤੁਹਾਨੂੰ ਇਹ ਜਾਣਨਾ ਹੋਵੇ ਕਿ ਕਿਸੇ ਵੀ ਰਾਜ ਵਿਹੀਨ ਵਿਅਕਤੀ ਦੀ ਦਸ਼ਾ ਕੀ ਹੁੰਦੀ ਹੈ, ਤਾਂ ਇਹ ਸਭ ਤੋਂ ਮਹੱਤਵਪੂਰਨ ਪੁਸਤਕ ਹੈਗੀ ਹੈ ਦਾ ਟਰਮੀਨਲ। ਮਹਿਰਾਨ ਨਾਸਰੀ ਦੀ ਇਹ ਹੈ, ਈਰਾਨ ਦਾ ਇਹ ਰਹਿਣ ਵਾਲਾ ਸੀਗਾ, ਪਰ ਉਸ ਤੋਂ ਬਾਅਦ ਇਹਦੇ ਡਿਸਪਿਊਟ ਹੋ ਗਏ ਸੀਗੇ। ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਬਰਮਾ ਦੇ ਵਿੱਚ ਰੋਹਿੰਗਿਆ ਦੇ ਨਾਲ ਜਿਹੜਾ ਹੈ ਰਾਜ ਵਿਹੀਨ ਵਿਅਕਤੀਆਂ ਦੀ ਕੈਟੇਗਰੀ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਸੀਗੇ। ਸ੍ਰੀਲੰਕਾ ਦੇ ਵਿੱਚ ਜਿਹੜੇ ਤਮਿਲ ਭਾਰਤੀ ਸੀਗੇ ਉਹਨਾਂ ਦੇ ਨਾਲ ਵੀ ਇੱਕ ਇਹੋ ਜਿਹੀ ਕੰਡੀਸ਼ਨ ਹੋਈ ਸੀਗੀ। ਜੇਕਰ ਆਪਾਂ ਦੇਖੀਏ ਰਾਜੀਵ ਗਾਂਧੀ ਦੀ ਮੌਤ ਦਾ ਕਾਰਨ ਇਹ ਤਮਿਲ ਡਿਸਪਿਊਟ ਹੀ ਸੀਗਾ, ਕਿਉਂਕਿ ਉਸਨੇ ਕੁਛ ਇਹੋ ਜਿਹੀਆਂ ਚੀਜ਼ਾਂ ਨਹੀਂ ਕੀਤੀਆਂ ਸੀਗੀਆਂ ਅਤੇ ਕੁਛ ਇਹੋ ਜਿਹੀਆਂ ਨੀਤੀਆਂ ਤਮਿਲ ਦੇ ਖਿਲਾਫ ਸੀਗੀਆਂ, ਜਿਸ ਕਰਕੇ ਰਾਜੀਵ ਗਾਂਧੀ ਦੀ ਮੌਤ ਦਾ ਕੀ ਹੈ ਕਾਰਨ ਬਣੀ ਹੈ। ਉਸ ਤੋਂ ਬਾਅਦ ਭਾਰਤ ਦੇ ਵਿੱਚ ਲਗਭਗ ਜੇਕਰ ਆਪਾਂ ਛੋਟੀ ਜਿਹੀ ਐਗਜ਼ਾਮਪਲ ਦੇ ਤੌਰ 'ਤੇ ਦੇਖੀਏ, ਜੋ ਮੰਨ ਲਓ ਬੰਦੇ 1971 ਤੋਂ ਪਹਿਲਾਂ 1971 ਤੋਂ ਬਾਅਦ ਭਾਰਤ ਦੇ ਵਿੱਚ ਆਏ ਨੇਗੇ, ਕੋਈ ਪੁਰਸ਼ ਮਹਿਲਾ ਮੰਨ ਲਓ ਭਾਰਤ ਦੇ ਵਿੱਚ ਆ ਗਿਆ, ਅਤੇ ਉਸ ਤੋਂ ਬਾਅਦ ਉਹ ਆਰਾਮ ਨਾਲ ਰਹਿ ਰਿਹਾ ਸੀਗਾ। ਉਸ ਤੋਂ ਬਾਅਦ ਉਸਦੇ ਅਗਲੇ ਬੇਟਾ ਬੇਟੀ ਵੀ ਭਾਰਤ ਦੇ ਵਿੱਚ ਰਹਿ ਰਹੇ ਸੀਗੇ। ਹੁਣ ਜੇਕਰ ਉਹਨਾਂ ਦਾ ਵੀ ਬੱਚਾ ਥਰਡ ਜਨਰੇਸ਼ਨ, ਇਹ ਥਰਡ ਜਨਰੇਸ਼ਨ ਵੀ ਲਗਭਗ ਕੀ ਹੈ ਮੰਨਿਆ ਜਾਂਦਾ ਹੈ ਕਿ ਇਹ ਰਾਜ ਵਿਹੀਨ ਵਿਅਕਤੀ ਮੰਨਿਆ ਜਾਊਗਾ, ਕਿਉਂਕਿ ਇਸਦੇ ਮਾਤਾ ਪਿਤਾ ਕੋਲ ਕੋਈ ਡਾਕੂਮੈਂਟ ਨਹੀਂ ਸੀਗੇ, ਇਹਨਾਂ ਕੋਲ ਕੋਈ ਡਾਕੂਮੈਂਟ ਨਹੀਂ ਸੀਗੇ, ਅਤੇ ਲਗਭਗ ਇਹ ਬੰਦਾ ਵੀ ਕੀ ਹੈ ਰਾਜ ਵਿਹੀਨ ਵਿਅਕਤੀ ਦੀ ਸਥਿਤੀ ਦੇ ਵਿੱਚ ਆ ਜਾਵੇਗਾ, ਕਿਉਂਕਿ ਇਹ ਲੋਕਾਂ ਦੇ ਕੋਲ ਤਾਂ ਹੈਗਾ ਸੀਗਾ ਚਾਂਸ ਕਿ ਇਹ ਬੰਗਲਾਦੇਸ਼ ਦੇ ਵਿੱਚ ਜਾ ਸਕਦੇ ਸੀਗੇ, ਪਰ ਥਰਡ ਜਨਰੇਸ਼ਨ ਦੇ ਉੱਪਰ ਇਹ ਚੀਜ਼ ਅਪਲਾਈ ਨਹੀਂ ਹੁੰਦੀ ਕਿ ਉਹ ਬੰਗਲਾਦੇਸ਼ ਦੀ ਵੀ ਨਾਗਰਿਕਤਾ ਕੀ ਹੈ ਪ੍ਰਾਪਤ ਕਰ ਲਵੇ। ਜੇਕਰ ਆਪਾਂ ਦੇਖੀਏ ਭਾਰਤੀ ਸੰਵਿਧਾਨ ਦੇ ਵਿੱਚ ਨਾਗਰਿਕਤਾ ਦੇ ਬਾਰੇ ਕੀ ਕੁਛ ਜਿਹੜਾ ਡਿਸਪਿਊਟ ਹੈ ਜਾਂ ਕੀ ਕੁਛ ਪ੍ਰਾਵਧਾਨ ਭਾਰਤੀ ਸੰਵਿਧਾਨ ਦੇ ਵਿੱਚ ਦਿੱਤੇ ਗਏ ਨੇਗੇ, ਤਾਂ ਉਹਨਾਂ ਦੀ ਆਪਾਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ।
ਤਾਂ ਜੇਕਰ ਆਪਾਂ ਸਭ ਤੋਂ ਪਹਿਲਾਂ ਭਾਗ 2 ਦੀ ਗੱਲ ਕਰੀਏ, ਭਾਗ 2 ਦੇ ਵਿੱਚ 5 ਤੋਂ ਲੈ ਕੇ 11 ਤੱਕ ਜਿਹੜੇ ਆਰਟੀਕਲ ਨੇਗੇ ਉਹ ਦਿੱਤੇ ਗਏ ਨੇਗੇ। ਹੁਣ ਇਹਨਾਂ ਨੂੰ ਲਗਭਗ ਆਪਾਂ 3 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਅਤੇ ਲਗਭਗ ਇਹਦੇ ਵਿੱਚ ਆਪਾਂ ਨੂੰ ਕੈਟਾਗਰੀ ਕੀ ਹੈ ਆਰਾਮ ਦੇ ਨਾਲ ਸਮਝਣ ਦੀ ਕੋਸ਼ਿਸ਼ ਹੋ ਜੂਗੀ। ਹੁਣ ਪਹਿਲੀ ਕੈਟਾਗਰੀ ਹੈ ਜਿਹੜੀ 5 ਤੋਂ ਲੈ ਕੇ 8 ਤੱਕ, ਦੂਜਾ ਇੱਕ ਆਰਟੀਕਲ 9 ਹੈ ਅਤੇ ਦੂਜੇ ਹੈਗੇ ਨੇ ਆਰਟੀਕਲ 10 ਅਤੇ 11। ਇਹਨੇ ਅਲੱਗ ਅਲੱਗ ਹੈਗੀ ਇਹਨਾਂ ਦੀ ਭਾਸ਼ਾ ਦੇ, ਜੇਕਰ ਉਸ ਭਾਸ਼ਾ ਦੇ ਆਧਾਰ 'ਤੇ ਆਪਾਂ ਦੇਖੀਏ ਤਾਂ 5 ਤੋਂ ਲੈ ਕੇ 8 ਤੱਕ ਲਗਭਗ ਇੱਕੋ ਜਿਹੀ ਭਾਸ਼ਾ ਦਾ ਜਿਹੜਾ ਪ੍ਰਚਲਨ ਹੈ ਇਹਦੇ ਵਿੱਚ ਕੀਤਾ ਜਾਂਦਾ ਹੈ। ਹੁਣ ਆਰਟੀਕਲ 5 ਦੇ ਵਿੱਚ ਕੀ ਕਿਹਾ ਗਿਆ, ਡੋਮਸਾਈਲ ਦੀ ਗੱਲ ਕੀਤੀ ਗਈ ਹੈ ਵੀ ਜਦੋਂ 26/11/1949 ਨੂੰ ਕੁਛ ਪ੍ਰਾਵਧਾਨ ਸੀਗੇ ਭਾਰਤੀ ਸੰਵਿਧਾਨ ਦੇ ਲਾਗੂ ਹੋ ਗਏ ਸੀਗੇ ਅਤੇ ਉਹਦੇ ਵਿੱਚ ਇੱਕ ਮਹੱਤਵਪੂਰਨ ਸੀਗਾ ਨਾਗਰਿਕਤਾ। ਤਾਂ ਨਾਗਰਿਕਤਾ ਦਾ ਜਿਹੜਾ ਕੰਸੈਪਟ ਉਹ ਲਗਭਗ 26/11/1949 ਨੂੰ ਲਾਗੂ ਹੋ ਗਿਆ ਸੀਗਾ ਅਤੇ ਇਹਦੇ ਵਿੱਚ ਕਿਹਾ ਗਿਆ ਸੀਗਾ ਕਿ ਭਾਰਤ ਦੇ ਨਾਗਰਿਕ ਕੌਣ ਹੋਣਗੇ। ਤਾਂ ਆਰਟੀਕਲ 5 ਦੇ ਵਿੱਚ ਲਗਭਗ 5, 6, 7, 8, 9 ਉਸ ਸਮੇਂ ਲਾਗੂ ਹੋ ਗਏ ਸੀਗੇ। ਤਾਂ ਹੁਣ ਦੇਖਦੇ ਹਾਂ ਭਾਰਤ ਦੇ ਵਿੱਚ ਜਦੋਂ ਦੇਖਦੇ ਹਾਂ ਡੋਮੋਸਾਈਲ। ਹੁਣ ਡੋਮੋਸਾਈਲ ਦੇ ਵਿੱਚ ਗੱਲ ਕੀਤੀ ਗਈ ਸੀਗੀ, ਲਗਭਗ ਇੱਥੇ ਕਿਹਾ ਸੀਗਾ ਵੀ ਜੋ ਆਰਟੀਕਲ 5 ਦੇ ਵਿੱਚ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇੱਥੇ ਇੱਕ ਮਹੱਤਵਪੂਰਨ ਜਿਹੜੀ ਚੀਜ਼ ਆਈ ਸੀਗੀ ਵੀ ਜੋ ਵੀ ਭਾਰਤ ਦਾ ਮੂਲ ਨਿਵਾਸੀ ਹੈ ਜਾਂ ਕੋਈ ਨਾ ਕੋਈ 3 ਸ਼ਰਤਾਂ ਜਿਹੜੀਆਂ ਪੂਰੀਆਂ ਕਰਦਾ ਹੈ, ਜਾਂ ਤਾਂ ਉਸਦਾ ਜਨਮ ਭਾਰਤ ਦੇ ਵਿੱਚ ਹੋਇਆ ਹੋਵੇ, ਜਾਂ ਉਸਦੇ ਮਾਤਾ ਪਿਤਾ ਜਨਮ ਤੋਂ ਭਾਰਤ ਦੇ ਵਿੱਚ ਰਹਿ ਰਹੇ ਹੋਣ, ਠੀਕ ਹੈ, ਜਾਂ ਸੰਵਿਧਾਨ ਦੇ ਲਾਗੂ ਹੋਣ ਤੋਂ 5 ਸਾਲ ਪਹਿਲਾਂ ਤੋਂ, ਲਗਭਗ 5 ਸਾਲ ਪਹਿਲਾਂ ਤੋਂ ਉਹ ਭਾਰਤ ਦੇ ਵਿੱਚ ਰਹਿ ਰਿਹਾ ਹੋਵੇ, ਉਹ ਭਾਰਤ ਦਾ ਕੀ ਹੈ ਨਾਗਰਿਕ ਮੰਨਿਆ ਜਾਊਗਾ। ਉਸ ਤੋਂ ਬਾਅਦ ਜਿਹੜਾ ਆਰਟੀਕਲ 6 ਹੈ, ਆਰਟੀਕਲ 6 ਦੇ ਵਿੱਚ ਜਿਹੜੀ ਗੱਲ ਕਹੀ ਗਈ ਸੀਗੀ ਉਹ ਵੀ ਕਾਫੀ ਮਹੱਤਵਪੂਰਨ ਹੈ ਵੀ ਜੋ ਲੋਕ ਪਾਕਿਸਤਾਨ ਤੋਂ ਆਉਣਗੇ, ਪਾਕਿਸਤਾਨ ਦੇ ਵਿੱਚ ਸੀਗੇ ਆਪਾਂ ਨੂੰ ਪਤਾ ਹਿੰਦੂ ਵਗੈਰਾ ਸੀਗੇ, ਹੁਣ ਉਹਨਾਂ ਨੇ ਲਗਭਗ 19 ਜੁਲਾਈ ਅਤੇ 1948 ਇਹ ਜਿਹੜੀ ਡੇਟ ਫਿਕਸ ਕਰਤੀ ਸੀਗੀ ਵੀ ਜਦੋਂ ਇਸ ਡੇਟ ਤੱਕ ਤਾਂ ਜਿਹੜੇ ਆ ਗਏ ਕੋਈ ਦਿੱਕਤ ਨਹੀਂ ਹੈਗੀ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਜਾਂ ਕੁਛ ਇਹੋ ਜਿਹਾ ਕਰਨ ਦੀ ਜ਼ਰੂਰਤ ਨਹੀਂ ਹੈਗੀ, ਉਹ ਭਾਰਤ ਦੇ ਕੀ ਹੈ ਨਾਗਰਿਕ ਹੋਣਗੇ। ਪਰ ਲੇਕਿਨ ਕੁਛ ਇਹੋ ਜਿਹੇ ਸੀਗੇ ਵੀ 1948 ਤੱਕ ਵੀ ਨਹੀਂ ਆ ਸਕੇ ਅਤੇ ਲਗਭਗ ਪਹਿਲਾਂ ਪਾਕਿਸਤਾਨ ਚਲੇ ਗਏ, ਫਿਰ ਉਸ ਤੋਂ ਬਾਅਦ ਲਗਭਗ ਫਿਰ ਭਾਰਤ ਆਉਣ ਦੀ ਜਿਹੜੀ ਉਹਨਾਂ ਦੀ ਮਨਸ਼ਾ ਹੋਈ ਸੀਗੀ। ਇਹਨਾਂ ਦੇ ਵਿੱਚ ਕਾਫੀ ਸਾਰੇ ਇਹੋ ਜਿਹੇ ਉਦਾਹਰਨ ਮਿਲਦੇ ਨੇਗੇ ਵੀ ਉੱਥੇ ਜਾ ਕੇ ਉਹਨਾਂ ਦਾ ਡਿਸਪਿਊਟ ਹੋਇਆ, ਉਹਨਾਂ ਨੂੰ ਪੁੱਠਾ ਕਹਿਣ ਲੱਗ ਗਏ ਜਾਂ ਕੁਛ ਹੋਰ, ਹੈ ਨਾ, ਇਹ ਸਾਰੀਆਂ ਚੀਜ਼ਾਂ ਸੀਗੀਆਂ। ਤਾਂ ਇਹਦੇ ਵਿੱਚ ਲਗਭਗ ਆਰਟੀਕਲ 7 ਦੇ ਵਿੱਚ ਉਹ ਗੱਲ ਕਹੀ ਗਈ ਹੈ ਵੀ ਕੋਈ ਪਾਕਿਸਤਾਨ ਗਿਆ ਸੀਗਾ ਫਿਰ ਭਾਰਤ ਦੇ ਵਿੱਚ ਆਇਆ ਤਾਂ ਉਸ ਨੂੰ ਲਗਭਗ ਜਿਹੜੇ ਪ੍ਰਾਵਧਾਨ ਦਿੱਤੇ ਗਏ ਸੀਗੇ ਕਿਹਾ ਸੀਗਾ ਵੀ ਲਗਭਗ 1 ਮਾਰਚ 1947 ਤੋਂ ਬਾਅਦ ਪਾਕਿਸਤਾਨ ਚਲਾ ਗਿਆ ਸੀਗਾ, ਉਸ ਤੋਂ ਬਾਅਦ ਆਇਆ, ਲਗਭਗ ਉਸ ਨੂੰ ਕੀ ਹੈ ਇੱਕ ਪ੍ਰਾਰਥਨਾ ਪੱਤਰ ਦੇਣਾ ਪਊਗਾ ਅਤੇ 6 ਮਹੀਨਿਆਂ ਦੇ ਅੰਦਰ ਅੰਦਰ, ਹੈ ਨਾ, 6 ਮਹੀਨਿਆਂ ਬਾਅਦ 6 ਮਹੀਨੇ ਤੱਕ ਭਾਰਤ ਦੇ ਵਿੱਚ ਰਹਿਣਾ ਪਊਗਾ, ਉਸ ਤੋਂ ਬਾਅਦ ਉਸ ਨੂੰ ਕੀ ਹੈ ਭਾਰਤ ਦੀ ਕੀ ਹੈ ਨਾਗਰਿਕਤਾ ਪ੍ਰਾਪਤ ਹੋ ਜਾਵੇਗੀ। ਇਹ ਆਰਟੀਕਲ 7 ਦੇ ਵਿੱਚ ਕਿਹਾ ਗਿਆ। ਹੁਣ ਜਦੋਂ ਕਿਹਾ ਗਿਆ ਸੀਗਾ ਆਰਟੀਕਲ 8 ਦੇ ਵਿੱਚ ਕੀ ਸੀਗਾ, ਆਰਟੀਕਲ 8 ਦੇ ਵਿੱਚ ਕੀ ਕਿਹਾ ਸੀਗਾ, ਭਾਰਤੀ ਮੂਲ ਦੇ ਜਿਹੜੇ ਵਿਦੇਸ਼ੀ ਸੀਗੇ, ਜਿਹੜੇ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਆਪਾਂ ਕਹਿੰਦੇ ਹਾਂ ਕੈਨੇਡਾ ਦੇ ਵਿੱਚ ਰਹਿ ਰਹੇ ਸੀਗੇ, ਇੰਗਲੈਂਡ ਦੇ ਵਿੱਚ ਸੀਗੇ, ਅਮਰੀਕਾ ਦੇ ਵਿੱਚ ਸੀਗੇ, ਕਿਸੇ ਹੋਰ ਦੇਸ਼ਾਂ ਦੇ ਵਿੱਚ ਸੀਗੇ, ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਜੇਕਰ ਤੁਸੀਂ ਭਾਰਤ ਦੇ ਨਾਗਰਿਕ ਬਣਨਾ ਚਾਹੁੰਦੇ ਹੋ ਤਾਂ ਭਾਰਤ ਦੀ ਕਿਸੇ ਵੀ ਅੰਬੈਸੀ ਦੇ ਵਿੱਚ ਜਾ ਕੇ 1 ਸਾਲ ਦੇ ਹੁੰਦਾ ਨਾ 1 ਸਾਲ ਦੇ ਅੰਦਰ ਅੰਦਰ ਕੀ ਹੈ ਆਪਦੀ ਰਜਿਸਟ੍ਰੇਸ਼ਨ ਕਰਾਉਣੀ ਤੁਹਾਡੀ ਕੀ ਹੈ ਜ਼ਰੂਰੀ ਹੈ। ਜੇਕਰ ਤੁਸੀਂ ਰਜਿਸਟ੍ਰੇਸ਼ਨ ਕਰਾ ਲੈਂਦੇ ਹੋ ਤਾਂ ਕੀ ਹੈ ਤੁਸੀਂ ਭਾਰਤ ਦੇ ਨਾਗਰਿਕ ਕੀ ਹੈ। ਹੁਣ ਜਦੋਂ ਆਰਟੀਕਲ 9 ਦੀ ਗੱਲ ਕਰਦੇ ਹਾਂ, ਆਰਟੀਕਲ 9 ਦੇ ਵਿੱਚ ਸਿਰਫ ਇੱਕੋ ਗੱਲ ਲਿਖੀ ਗਈ ਹੈ, ਇਕਹਿਰੀ ਨਾਗਰਿਕਤਾ, ਭਾਵ ਦੋਹਰੀ ਨਾਗਰਿਕਤਾ ਦਾ ਇੱਥੇ ਕੰਸੈਪਟ ਨਹੀਂ ਲਾਗੂ ਹੋਏਗਾ, ਭਾਵ ਇੱਕੋ ਹੀ ਜਿਹੜੀ ਹੈ ਜਿਹੜੀ ਇੱਕ ਹੀ ਨਾਗਰਿਕਤਾ, ਭਾਵ ਭਾਰਤ ਦੀ ਆਪਾਂ ਕੀ ਹੈ ਸਟੇਟ ਦੇ ਨਾਗਰਿਕ ਨਹੀਂ ਹੋ ਸਕਦੇ, ਜਿਵੇਂ ਅਮਰੀਕਾ ਦਾ ਕੀ ਹੈ ਉਹ ਆਪ ਦੇ ਸਟੇਟ ਦਾ ਵੀ ਨਾਗਰਿਕ ਹੈ ਅਤੇ ਅਮਰੀਕਾ ਦੀ, ਭਾਵ ਉੱਥੇ ਦੋਹਰੀ ਨਾਗਰਿਕਤਾ ਜਿਹੜੀ ਉਹ ਚੱਲਦੀ ਹੈ। ਉਸ ਤੋਂ ਬਾਅਦ ਜਦੋਂ ਆਰਟੀਕਲ 10 ਦੀ ਗੱਲ ਕਰਦੇ ਹਾਂ ਤਾਂ ਆਰਟੀਕਲ 10 ਦੇ ਵਿੱਚ ਕਾਫੀ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ ਜਾਂ ਆਪਾਂ ਨੂੰ ਮਿਲਦੀ ਹੈ ਕਿ ਕੋਈ ਵੀ ਕਾਨੂੰਨ ਦੇ ਤਹਿਤ ਭਾਰਤ ਦਾ ਕੀ ਹੈ ਨਾਗਰਿਕ ਰਹਿਣਗੇ। ਇੱਥੇ ਕੀ ਕਿਹਾ ਗਿਆ ਵੀ ਜੇਕਰ ਮੰਨ ਲਓ ਇਹ ਪਿਛਲੇ 10 ਆਰਟੀਕਲ ਕਾਫੀ ਮਹੱਤਵਪੂਰਨ ਹੈ ਕਿ ਜਿਹੜੇ ਆ ਪਿਛਲੇ ਤਰੀਕੇ ਨਾਲ ਜਿਸ ਨੂੰ ਨਾਗਰਿਕਤਾ ਮਿਲ ਗਈ ਇਹਨਾਂ ਦੀ ਨਾਗਰਿਕਤਾ ਖੋਹੀ ਨਹੀਂ ਜਾ ਸਕਦੀ। ਜੇਕਰ ਇਸ ਤਰੀਕੇ ਨਾਲ ਕੋਈ ਨਾਗਰਿਕ ਕਿਸੇ ਕਾਨੂੰਨ ਦੇ ਤਹਿਤ ਕੋਈ ਨਾਗਰਿਕ ਬਣ ਗਿਆ ਤਾਂ ਉਸ ਦੀ ਨਾਗਰਿਕਤਾ ਖੋਹਣਾ ਕੋਈ ਆਸਾਨ ਕੰਮ ਨਹੀਂ ਹੈਗਾ, ਭਾਵ ਕਿਸੇ ਸੰਸਦ ਦਾ ਦੇਖੋ ਜੇਕਰ ਇਹਨਾਂ ਦੇ ਵਿੱਚ ਹੀ ਕੋਈ ਚੇਂਜ ਕਰਦੇ ਜਾਂ ਕੋਈ ਇਹੋ ਜਿਹਾ ਕਾਨੂੰਨ ਪਾਸ ਕਰਦੇ ਉਹ ਤਾਂ ਗੱਲ ਅਲੱਗ ਹੈ, ਪਰ ਲੇਕਿਨ ਤੁਹਾਡੀ ਨਾਗਰਿਕਤਾ ਦੀ ਸੁਰੱਖਿਆ ਦੀ ਗਰੰਟੀ ਲਗਭਗ ਆਪਣਾ ਆਰਟੀਕਲ 10 ਦਿੰਦਾ ਹੈ। ਅਤੇ ਫਿਰ ਆਰਟੀਕਲ 11 ਦੇ ਵਿੱਚ ਕਿਹਾ ਵੀ ਕਿ ਭਾਰਤ ਦੀ ਸੰਸਦ ਨੂੰ ਸ਼ਕਤੀ ਦਿੱਤੀ ਗਈ ਹੈ ਕਿ ਉਹ ਸਿਟੀਜ਼ਨਸ਼ਿਪ ਦੇ ਤਿਆਗ, ਗ੍ਰਹਿਣ ਅਤੇ ਤਿਆਗ ਦੇ ਸੰਬੰਧੀ ਕੋਈ ਵੀ ਕਾਨੂੰਨ ਹੈ ਜਿਹੜਾ ਉਹ ਬਣਾ ਸਕਦੀ ਹੈ।
ਇਸੇ ਸੰਦਰਭ ਦੇ ਵਿੱਚ ਇੱਕ ਐਕਟ ਬਣਾਇਆ ਗਿਆ ਸੀਗਾ 1955 ਦੇ ਵਿੱਚ, ਜਿਸ ਨੂੰ ਸਿਟੀਜ਼ਨਸ਼ਿਪ ਐਕਟ ਕਿਹਾ ਜਾਂਦਾ ਹੈ। ਅਤੇ ਲਗਭਗ ਇਸ ਦੇ ਵਿੱਚ ਜੇਕਰ ਸੈਕਸ਼ਨਾਂ ਦੀ ਗੱਲ ਕਰੀਏ ਤਾਂ 19 ਸੈਕਸ਼ਨ ਇਸ ਦੇ ਵਿੱਚ ਟੋਟਲ ਨੇਗੇ। ਅਤੇ ਇੱਕ ਹੋਰ ਹੈ ਜਿਹੜਾ ਸੈਕਸ਼ਨ ਹੈ, ਇਹ ਕਿਸੇ ਐਕਟ ਦੇ ਵਿੱਚ ਹੁੰਦੇ ਆ, ਆਰਟੀਕਲ ਸੰਵਿਧਾਨ ਦੇ ਵਿੱਚ ਹੁੰਦੇ ਆ। ਠੀਕ ਹੈ, ਆਰਟੀਕਲ ਅਤੇ ਸੈਕਸ਼ਨ ਦੇ ਵਿੱਚ ਥੋੜ੍ਹਾ ਧਿਆਨ ਰੱਖਣਾ ਹੈ। ਸੈਕਸ਼ਨ ਕਿਸੇ ਐਕਟ ਦੇ ਵਿੱਚ ਤੁਹਾਨੂੰ ਕੀ ਹੈ, ਸੈਕਸ਼ਨ ਮਿਲਣਗੇ, ਅਤੇ ਜਿਹੜੇ ਆਰਟੀਕਲ ਨੇਗੇ ਉਹ ਭਾਰਤੀ ਸੰਵਿਧਾਨ ਦੇ ਜਿਹੜੇ ਹੈਗੇ ਨੇਗੇ ਹਿੱਸੇ ਨੇਗੇ। ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਇਸ 1955 ਦੇ ਐਕਟ ਦੀ, ਇਸ ਦੇ ਵਿੱਚ ਕਾਫੀ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ, ਇੱਥੋਂ ਆਪਾਂ ਨੂੰ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਜਾਣਗੀਆਂ 1955 ਦੇ ਐਕਟ ਦੇ ਤਹਿਤ। 1955 ਐਕਟ ਦੇ ਸੈਕਸ਼ਨ ਨੰਬਰ 3 ਦੀ, ਸੈਕਸ਼ਨ ਨੰਬਰ 4 ਦੀ, ਸੈਕਸ਼ਨ ਨੰਬਰ 5 ਦੀ, ਸੈਕਸ਼ਨ ਨੰਬਰ 6 ਦੀ, ਸੈਕਸ਼ਨ ਨੰਬਰ 7 ਦੀ ਆਪਾਂ ਇੱਥੇ ਅੱਜ ਥੋੜ੍ਹੀ ਜਿਹੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਜਿਹਦੇ ਵਿੱਚ ਲਗਭਗ ਇਸ ਨੂੰ ਕਾਫੀ ਵਾਰੀ ਚੇਂਜ ਵੀ ਕੀਤਾ ਗਿਆ, ਅਤੇ ਇਹ ਜਿਹੜਾ ਮਸਲਾ ਹੈ ਰਾਜਨੀਤੀ ਵਾਲਾ, ਜਿਹੜਾ ਆਪਣਾ ਨਾਗਰਿਕਤਾ ਵਾਲਾ, ਇਹ ਕਾਫੀ ਪੁਰਾਣਾ ਹੈ। ਇਸ ਦੇ ਉੱਪਰ ਅਲੱਗ-ਅਲੱਗ ਜਿਹੜੇ ਡਿਸਪਿਊਟ ਨੇਗੇ ਉਹ ਹੁੰਦੇ ਰਹੇ ਨੇਗੇ। ਹੁਣ ਜਿਹੜਾ ਹੈ ਲਗਭਗ ਜਿਹੜਾ ਸੈਕਸ਼ਨ ਨੰਬਰ 3 ਸੀਗਾ ਇਹਦੇ ਵਿੱਚ ਕਿਹਾ ਗਿਆ ਸੀਗਾ ਜਨਮ ਦੇ ਆਧਾਰ 'ਤੇ ਵੀ ਭਾਰਤ ਦੀ ਧਰਤੀ 'ਤੇ ਜਿਸ ਦਾ ਜਨਮ ਹੋ ਗਿਆ ਉਹ ਕੀ ਹੈ, ਭਾਰਤ ਦਾ ਕੀ ਹੈ, ਨਾਗਰਿਕ ਹੋਊਗਾ। ਜਿਸ ਦਾ ਅਰਥ ਮਤਲਬ ਜਿਸ ਦਾ ਵੀ ਜਨਮ ਭਾਰਤ ਦੀ ਧਰਤੀ 'ਤੇ ਹੋ ਗਿਆ, ਠੀਕ ਹੈ, ਉਹ ਕੀ ਹੈ, ਭਾਰਤ ਦਾ ਨਾਗਰਿਕ ਹੋਊਗਾ। ਇੱਥੇ ਇੱਕ ਦੋ ਸ਼ਬਦ ਨੇਗੇ, ਜੂ ਸੋਲਾਈ ਹੈ ਨਾ, ਜੂ ਸੋਲਾਈ, ਅਤੇ ਜੂ ਸੋਲਾਈ ਦਾ ਮਤਲਬ ਕੀ ਹੈ, ਜਿਹੜਾ ਸੋਲਾਈ ਦਾ ਮਤਲਬ ਆਪਾਂ ਨੂੰ ਪਤਾ ਹੀ ਹੈ, ਸੋਇਲ ਤੋਂ ਇਹ ਬਣਿਆ, ਭਾਵ ਜ਼ਮੀਨੀ ਹੈ ਨਾ, ਭਾਵ ਜਿਸ ਵੀ ਜ਼ਮੀਨ ਦੇ ਉੱਪਰ ਜਿਸ ਦਾ ਜਨਮ ਹੋ ਗਿਆ ਉਹ ਉੱਥੋਂ ਦਾ ਨਾਗਰਿਕ ਹੈ। ਉਸ ਤੋਂ ਬਾਅਦ ਹੁੰਦਾ ਰਕਤ ਦਾ ਅਧਿਕਾਰ। ਠੀਕ ਹੈ, ਇਸ ਨੂੰ ਕਿਹਾ ਜਾਂਦਾ ਹੈ ਯੂ ਸੈਂਗੂਲੈਸ। ਅਤੇ ਇਹ ਕੀ ਹੁੰਦਾ ਗਾ, ਜਿਸ ਦਾ ਮੰਨ ਲਓ ਯੂ ਸੈਂਗੂਲੈਸ ਦਾ ਅਰਥ ਹੁੰਦਾ ਰਕਤ ਦੇ ਨਾਲ ਸੰਬੰਧਿਤ, ਖੂਨ ਦੇ ਨਾਲ। ਹੁਣ ਜਿਹੜਾ ਆਰਟੀਕਲ 3 ਦੇ ਵਿੱਚ, ਜਿਹੜਾ ਸੈਕਸ਼ਨ ਨੰਬਰ 3 ਦੇ ਵਿੱਚ ਤਾਂ ਕਿਹਾ ਗਿਆ, ਜਿਹੜਾ ਐਕਟ ਸੀਗਾ ਆਪਣਾ 1955 ਦਾ ਸਿਟੀਜ਼ਨਸ਼ਿਪ ਦਾ, ਉਸ ਦੇ ਸੈਕਸ਼ਨ ਨੰਬਰ 3 ਦੇ ਵਿੱਚ ਤਾਂ ਕਿਹਾ ਗਿਆ ਵੀ ਜਨਮ ਦੇ ਆਧਾਰ 'ਤੇ ਕੀ ਹੈ, ਕਿਸੇ ਨੂੰ ਵੀ ਜਿਹੜਾ ਜਿਹੜੀ ਉਹ ਮਿਲੇਗੀ। ਇਹ ਕਿਹੜੇ ਸੀਗੇ, ਜਿਹੜੇ ਲਗਭਗ 1950 ਤੋਂ ਬਾਅਦ, ਭਾਵ 1955 ਤੋਂ ਬਾਅਦ ਜਾਂ 1950 ਤੋਂ ਬਾਅਦ ਜਦੋਂ ਵੀ ਆਪਣੀ ਗੱਲ ਕਰਦੇ ਹਾਂ ਵੀ ਉਹਨਾਂ ਨੂੰ ਕਿਵੇਂ ਭਾਰਤੀ ਨਾਗਰਿਕਾਂ ਦਾ ਜਿਹੜਾ ਦਰਜਾ ਉਹ ਦਿੱਤਾ ਜਾ ਸਕਦਾ ਹੈ। ਉਸ ਤੋਂ ਬਾਅਦ ਸੈਕਸ਼ਨ 3 ਦੇ ਵਿੱਚ ਲਗਭਗ ਜਨਮ ਦੇ ਆਧਾਰ 'ਤੇ ਗੱਲ ਕੀਤੀ ਗਈ ਹੈ ਵੀ ਕੋਈ ਵੀ ਮੰਨ ਲਓ ਜਿਸ ਦਾ ਜਨਮ ਹੋਇਆ ਭਾਰਤ ਦੇ ਵਿੱਚ, ਤਾਂ ਉਸ ਤੋਂ ਬਾਅਦ ਜਿਹੜਾ ਲਗਭਗ 4 ਜਿਹੜਾ ਕਰਦਾ ਹੈ ਉਹ ਡੀਸੈਂਟ ਜਾਂ ਵੰਸ਼ ਆਧਾਰ ਜਿਹੜੀ ਚੀਜ਼ ਹੈ, ਭਾਵ ਵੰਸ਼ ਦੇ ਆਧਾਰ 'ਤੇ ਕੀ ਹੈ, ਮੰਨ ਲਓ ਕਿਸੇ ਵੀ, ਹੁਣ ਇੱਥੇ ਲਗਭਗ ਪਿਤਾ ਦੀ ਗੱਲ ਕੀਤੀ ਗਈ ਹੈ ਨਾ, ਜੇਕਰ ਕਿਸੇ ਵੀ ਭਾਰਤੀ ਵਿਅਕਤੀ ਦਾ ਬੱਚਾ ਮੰਨ ਲਓ ਉਹ ਕਿਸੇ ਦੇਸ਼ ਦੇ ਵਿੱਚ ਵਰਕ ਪਰਮਿਟ 'ਤੇ ਰਹਿ ਰਹੇ ਆ ਹੈ ਨਾ, ਉੱਥੇ ਉਸ ਦਾ ਬੱਚਾ ਪੈਦਾ ਹੋ ਜਾਂਦਾ, ਤਾਂ ਮੰਨ ਲਓ ਕਿਸੇ ਵਿਦੇਸ਼ੀ ਲੇਡੀਜ਼ ਦੇ ਨਾਲ ਉਸਨੇ ਵਿਆਹ ਕਰਾਇਆ ਹੋਇਆ ਅਤੇ ਉਸ ਦਾ ਮੰਨ ਲਓ ਬੱਚਾ ਪੈਦਾ ਹੋ ਜਾਂਦਾ, ਤਾਂ ਉਸ ਬੱਚੇ ਦੇ ਕੋਲ ਹੁਣ ਰਸਤਾ ਹੈਗਾ ਕਿ ਉਹ ਭਾਰਤ ਦੀ ਕੀ ਹੈ, ਨਾਗਰਿਕਤਾ ਲੈ ਸਕਦਾ ਹੈ। ਤਾਂ ਇਹ ਹੁੰਦਾ ਲਗਭਗ, ਫਿਰ ਇਸ ਦੇ ਲਈ ਉਸਨੂੰ ਕੀ ਕਰਨਾ ਪਊਗਾ, 1 ਸਾਲ ਦੇ ਅੰਦਰ ਅੰਦਰ ਕੀ ਹੈ, ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ। ਹੁਣ ਜਦੋਂ ਸੈਕਸ਼ਨ ਨੰਬਰ 5 ਦੇ ਵਿੱਚ ਜਾਂਦੇ ਨੇਗੇ, ਤਾਂ ਸੈਕਸ਼ਨ ਨੰਬਰ 5 ਦੇ ਵਿੱਚ ਕੀ ਕਿਹਾ ਜਾਂਦਾ ਹੈ, ਰਜਿਸਟ੍ਰੇਸ਼ਨ ਦੇ ਆਧਾਰ 'ਤੇ ਜਿਹੜੀ ਹੈ ਨਾਗਰਿਕਤਾ ਉਹ ਦਿੱਤੀ ਜਾ ਸਕਦੀ ਹੈ, ਪੰਜੀਕਰਨ ਦੇ ਆਧਾਰ 'ਤੇ। ਇਸ ਦੇ ਵਿੱਚ ਲਗਭਗ 2 ਤਰੀਕੇ ਹੋ ਸਕਦੇ ਨੇਗੇ, ਇੱਕ ਤਾਂ ਹੁੰਦੇ ਨੇਗੇ PI ਹੈ ਨਾ, ਪਰਸਨ ਆਫ ਇੰਡੀਅਨ ਹੈ ਨਾ, ਪਰਸਨ ਆਫ ਇੰਡੀਅਨ ਓਵਰਸੀਜ਼, ਅਤੇ ਉਸ ਤੋਂ ਬਾਅਦ ਹੁੰਦੇ ਨੇ ਰਿਸ਼ਤੇਦਾਰ। ਠੀਕ ਹੈ, ਉਹਨਾਂ ਦੇ ਰਿਸ਼ਤੇਦਾਰ ਜੋ ਭਾਰਤ ਦੇ ਵਿੱਚ ਰਹਿ ਰਹੇ ਨੇਗੇ, ਉਹਨਾਂ ਦਾ ਕੋਈ ਰਿਸ਼ਤੇਦਾਰ ਹੈ, ਮੰਨ ਲਓ ਕੋਈ ਹੈ ਭਾਰਤ ਦਾ ਵਿਅਕਤੀ ਦੂਜੇ ਦੇਸ਼ ਦੀ ਲੇਡੀਜ਼ ਦੇ ਨਾਲ ਕੀ ਹੈ, ਵਿਆਹ ਕਰ ਲੈਂਦਾ ਹੈ, ਉਸ ਨੂੰ ਕਿਵੇਂ ਜਿਹੜੀ ਹੈ ਨਾਗਰਿਕਤਾ ਪ੍ਰਾਪਤ ਹੋਊਗੀ, ਉਹ ਸੈਕਸ਼ਨ ਨੰਬਰ 5 ਦੇ ਵਿੱਚ ਇਹ ਗੱਲ ਕਹੀ ਗਈ ਹੈ। ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕੋਈ ਪਰਸਨ ਹੈਗਾ ਹੈ ਨਾ, ਜਿਹੜੇ ਓਵਰਸੀਜ਼ ਨੇਗੇ, ਭਾਰਤ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਨੇਗੇ, ਉਹਨਾਂ ਨੂੰ ਵੀ ਰਜਿਸਟ੍ਰੇਸ਼ਨ ਦੇ ਆਧਾਰ 'ਤੇ ਕੀ ਹੈ, ਭਾਰਤੀ ਮੂਲ ਦਾ ਅਵਿਭਾਜਿਤ ਭਾਰਤ ਦਾ, ਜਾਂ ਬਾਹਰ ਕਿਸੇ ਵੀ ਦੇਸ਼ ਦੇ ਵਿੱਚ ਰਹਿ ਰਿਹਾ ਸੀਗਾ, ਜਾਂ ਨਾਗਰਿਕ ਜਿਹੜਾ ਵਿਆਹ ਕਰਨ ਤੋਂ ਬਾਅਦ ਭਾਰਤ ਦਾ ਹੋ ਗਿਆ, ਤਾਂ ਉਸ ਦੇ ਲਈ ਕੁਛ ਨਾ ਕੁਛ ਜਿਹੜੀ ਸੀਗੀਆਂ ਚੀਜ਼ਾਂ ਇੱਥੇ ਕੀਤੀਆਂ ਗਈਆਂ ਨੇ। ਕੀ ਕਿਹਾ ਗਿਆ ਵੀ ਜੇਕਰ ਮੰਨ ਲਓ ਕੋਈ ਹੈਗਾ ਲਗਾਤਾਰ ਲਗਭਗ 6 ਤੋਂ ਲੈ ਕੇ 8 ਸਾਲ ਤੱਕ ਹੈ ਨਾ, ਲਗਾਤਾਰ ਲੈ ਕੇ 6 ਤੋਂ 8 ਸਾਲ ਤੱਕ ਮੰਨ ਲਓ ਕਿਸੇ ਦਾ ਵਿਆਹ ਕੀਤਾ ਜਾਂਦਾ, 6 ਤੋਂ 8 ਸਾਲ ਕੀ ਹੈ, 8 ਸਾਲਾਂ ਦੇ ਵਿੱਚ ਲਗਾਤਾਰ ਕੀ ਹੈ, 6 ਸਾਲ ਭਾਰਤ ਦੇ ਵਿੱਚ ਰਹਿਣਾ ਪਊਗਾ।
ਅਤੇ 1 ਸਾਲ ਤਾਂ ਉਸਨੂੰ ਲਗਾਤਾਰ ਮੰਨ ਲਓ ਕੋਈ ਵਿਆਹ ਤੋਂ ਬਾਅਦ ਭਾਰਤ ਦੇ ਵਿੱਚ ਆ ਗਿਆ, ਜਿਵੇਂ ਆਪਾਂ ਸੋਨੀਆ ਗਾਂਧੀ ਦੀ ਗੱਲ ਕਰਦੇ ਹਾਂ, ਵੀ ਲਗਭਗ ਉਸਨੂੰ ਕੀ ਹੈ ਇੱਥੇ ਕੀ ਹੈ ਲੌਂਗ ਟਰਮ ਜਿਹੜਾ ਵੀਜ਼ਾ ਪ੍ਰਾਪਤ ਹੋ ਜਾਂਦਾ, ਤਾਂ ਉਸਨੂੰ ਲਗਭਗ ਲਗਾਤਾਰ 1 ਸਾਲ ਤਾਂ ਭਾਰਤ ਦੇ ਵਿੱਚ ਰਹਿਣਾ ਪਊਗਾ। ਉਸ ਤੋਂ ਬਾਅਦ 8 ਸਾਲ ਦੇ ਵਿੱਚੋਂ ਘੱਟੋ ਘੱਟ 6 ਸਾਲ ਜਦੋਂ ਉਹਨਾਂ ਨੇ ਪ੍ਰਾਪਤ ਕੀਤਾ ਸੀਗਾ, ਅਤੇ ਲਾਸਟ ਟਾਈਮ ਜਦੋਂ ਤੱਕ ਉਹ ਰਹਿ ਰਹੇ ਨੇਗੇ, ਤਾਂ 8 ਸਾਲ ਘੱਟੋ ਘੱਟ ਉਸਨੂੰ ਭਾਰਤ ਦੇ ਵਿੱਚ, ਜਿਹੜਾ ਪਿਛਲੇ 8 ਸਾਲਾਂ ਦੇ ਵਿੱਚ ਘੱਟੋ ਘੱਟ 6 ਸਾਲ ਹੈ ਉਹ ਭਾਰਤ ਦੇ ਵਿੱਚ ਰਿਹਾ ਹੋਵੇ। ਤਾਂ ਹੁਣ ਇੱਥੇ ਕੀ ਹੈ, ਮਰਦ ਜਾਂ ਔਰਤ ਦੇ ਲਗਭਗ 7 ਸਾਲਾਂ ਦੀ ਜਿਹੜੀ ਆਪਾਂ ਇੱਥੇ ਕੰਡੀਸ਼ਨ ਹੈ ਜਿਹੜੀ ਉਹ ਦੇਖਦੇ ਹਾਂ ਵੀ ਕੋਈ ਹੈਗਾ। ਉਸ ਤੋਂ ਬਾਅਦ ਜਿਹੜੀ ਅਗਲਾ ਸੈਕਸ਼ਨ ਨੰਬਰ 6 ਦੇ ਵਿੱਚ ਜਿਹੜੀ ਗੱਲ ਕੀਤੀ ਗਈ ਹੈ ਉਹ ਹੁੰਦੀ ਹੈ ਨੈਚੁਰਲਾਈਜੇਸ਼ਨ ਦੇ ਨਾਲ ਕੁਦਰਤੀ ਤੌਰ 'ਤੇ। ਇਸ ਦੇ ਵਿੱਚ ਲਗਭਗ 2 ਤਰ੍ਹਾਂ ਦੇ ਵਿਅਕਤੀ ਹੁੰਦੇ ਨੇਗੇ, ਆਮ ਅਤੇ ਖਾਸ। ਹੁਣ ਇਹ 'ਤੇ ਉਹ ਨਹੀਂ ਹੈਗੀ, ਇੱਥੇ ਅਸਮਾਨਤਾ ਦੀ ਗੱਲ ਨਹੀਂ ਹੈਗੀ, ਆਮ ਅਤੇ ਖਾਸ। ਖਾਸ ਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਕਲਾ ਦੇ ਵਿੱਚ ਮਾਹਿਰ ਹੈ, ਸਾਹਿਤ ਦੇ ਵਿੱਚ ਹੈ, ਵਿਸ਼ਵ ਸ਼ਾਂਤੀ ਦੇ ਲਈ ਹੈ, ਦਰਸ਼ਨ, ਫਿਲੋਸਫੀ, ਜਾਂ ਕੋਈ ਹੋਰ ਵਧੀਆ, ਜਿਵੇਂ ਆਪਾਂ ਤਸਲੀਮਾ ਨਾਸ਼ੀਨ, ਜਿਹੜੀ ਬੰਗਲਾਦੇਸ਼ ਦੀ ਕੀ ਹੈ ਇੱਕ ਰਾਈਟਰ ਹੈਗੇ, ਜਿਸ ਨੇ ਮਾਈਨੋਰਿਟੀ ਦੇ ਉੱਪਰ, ਬੰਗਲਾਦੇਸ਼ ਦੀ ਮਾਈਨੋਰਿਟੀ ਦੇ ਉੱਪਰ ਕਾਫੀ ਜਿਹੜੀਆਂ ਉਹਨਾਂ ਦੇ ਪੱਖ ਦੇ ਵਿੱਚ ਗੱਲਾਂ ਲਿਖੀਆਂ ਸੀਗੀਆਂ, ਚਾਹੇ ਹਿੰਦੂ ਆ ਚਾਹੇ ਬੌਧ ਨੇਗੇ, ਉਹਨਾਂ ਦੇ ਪੱਖ ਦੇ ਵਿੱਚ ਗੱਲਾਂ ਲਿਖੀਆਂ ਸੀਗੀਆਂ, ਜਿਹਦੇ ਕਰਕੇ ਇਸਨੂੰ ਭਾਰਤ ਦੇ ਵਿੱਚ ਰਹਿਣਾ ਪੈ ਰਿਹਾ ਸ਼ਰਨਾਰਥੀ ਦੇ ਤੌਰ 'ਤੇ। ਅਤੇ ਜੇਕਰ ਇਹ ਕਹੇ ਕਿ ਮੈਨੂੰ ਕੀ ਹੈ ਰਾਈਟਰ ਦੇ ਤੌਰ 'ਤੇ, ਕਲਾ ਦੇ ਵੀ ਮੈਂ ਸਾਹਿਤ ਦੇ ਉੱਪਰ ਕੰਮ ਕਰ ਰਹੀ ਹਾਂ, ਮੈਨੂੰ ਕੀ ਹੈ ਨਾਗਰਿਕਤਾ ਦਿੱਤੀ ਜਾਵੇ, ਤਾਂ ਇਸਨੂੰ ਜਿਹੜੀ ਨਾਗਰਿਕਤਾ ਉਹ ਆਸਾਨੀ ਦੇ ਨਾਲ ਜਿਹੜੀ ਹੈ ਪ੍ਰਾਪਤ ਹੋ ਸਕਦੀ ਹੈ। ਉਸ ਤੋਂ ਬਾਅਦ ਜਿਹੜਾ ਨੈਚੁਰਲਾਈਜੇਸ਼ਨ ਦੂਜਾ ਕੀ ਹੁੰਦਾ ਹੈ ਕਿ ਕੋਈ ਬੰਦਾ ਮੰਨ ਲਓ ਭਾਰਤ ਦੇ ਵਿੱਚ ਨੌਕਰੀ ਕਰ ਰਿਹਾ ਹੈ, ਅਤੇ ਨੌਕਰੀ ਕਰਨ ਤੋਂ ਬਾਅਦ ਮੰਨ ਲਓ ਉਸਦਾ ਇੱਥੇ ਜੀਅ ਲੱਗ ਗਿਆ, ਤਾਂ ਉਸਦੇ ਲਈ ਲਗਭਗ ਕੀ ਹੈ 12 ਸਾਲ ਦੀ ਜਿਹੜੀ ਕੰਡੀਸ਼ਨ ਰੱਖੀ ਜਾਂਦੀ ਹੈ, 1 ਸਾਲ ਉਸਨੂੰ ਲਗਾਤਾਰ, ਅਤੇ 11 ਸਾਲ ਲਗਭਗ ਪਿਛਲੇ ਵੀ ਜਿੰਨੇ ਸਾਲਾਂ ਦੇ ਵਿੱਚੋਂ ਉਹ ਭਾਰਤ ਦੇ ਵਿੱਚ ਰਿਹਾ ਹੋਵੇ। ਉਸ ਤੋਂ ਬਾਅਦ ਜਿਹੜੀ ਅਗਲੀ ਕਹਾਣੀ ਹੈ ਇਸ ਤੋਂ ਬਾਅਦ ਜੇਕਰ ਉਸਨੂੰ ਲੈਣੀ ਹੈ ਤਾਂ ਇੱਕ ਜਿਹੜੀ 8ਵੀਂ ਅਨੁਸੂਚੀ ਦੇ ਵਿੱਚ ਭਾਸ਼ਾ ਦਰਜ ਹੈ ਉਹ ਉਸਨੂੰ ਆਉਣੀ ਚਾਹੀਦੀ ਹੈ। ਜਿਹੜੀ ਇੰਨੀ ਕੁ ਕਹਾਣੀ ਹੈ, ਜੇਕਰ ਉਸਨੂੰ ਇਹਨਾਂ ਚੀਜ਼ਾਂ ਦੇ ਇਹ ਜਿਹੜੀਆਂ ਚੀਜ਼ਾਂ ਉਹ ਕਰ ਦਿੰਦਾ ਹੈ ਤਾਂ ਲਗਭਗ ਉਸਨੂੰ ਭਾਰਤ ਦੀ ਜਿਹੜੀ ਨਾਗਰਿਕਤਾ ਉਹ ਪ੍ਰਾਪਤ ਹੋ ਸਕਦੀ ਹੈ। ਹੁਣ ਜਦੋਂ ਸੈਕਸ਼ਨ ਨੰਬਰ 7 ਦੇ ਵਿੱਚ ਜਾਂਦੇ ਹਾਂ ਤਾਂ 7 ਦੇ ਵਿੱਚ ਲਗਭਗ ਜਿਹੜੀ ਗੱਲਾਂ ਕਹੀਆਂ ਗਈਆਂ ਨੇ ਰਾਜ ਖੇਤਰ ਦੇ ਸਮਾਵੇਸ਼ਨ ਦੇ ਨਾਲ। ਹੁਣ ਆਪਾਂ ਨੂੰ ਪਤਾ ਹੈ ਭਾਰਤ ਮੰਨ ਲਓ ਕੋਈ ਇਹੋ ਜਿਹਾ ਇਲਾਕਾ ਬਾਅਦ ਦੇ ਵਿੱਚ ਐਕਵਾਇਰ ਕਰ ਲੈਂਦਾ ਹੈ, ਜਾਂ ਆਜ਼ਾਦੀ ਤੋਂ ਬਾਅਦ ਭਾਰਤ ਨੇ ਲਗਭਗ ਆਪਾਂ ਨੇ ਦੇਖਿਆ ਕਿ ਚਾਹੇ ਆਪਾਂ ਗੋਆ ਦੀ ਗੱਲ ਕਰੀਏ, ਪੌਂਡੀਚੇਰੀ ਦੀ ਗੱਲ ਕਰੀਏ, ਸਿੱਕਿਮ ਦੀ ਗੱਲ ਕਰੀਏ, ਤਾਂ ਇਹ ਸਾਰੇ ਇਲਾਕੇ ਨੇ ਆਪਣੇ ਲਗਭਗ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿੱਚ ਸ਼ਾਮਿਲ ਹੋਏ ਸੀਗੇ। 1961 ਦੇ ਵਿੱਚ ਗੋਆ, 1962 ਦੇ ਵਿੱਚ ਪੌਂਡੀਚੇਰੀ, 1975 ਦੇ ਵਿੱਚ ਸਿੱਕਿਮ, ਲਗਭਗ 36ਵੀਂ ਸੋਧ ਦੇ ਨਾਲ ਹੈ ਨਾ ਇਹ ਜਿਹੜੇ ਸੀਗੇ ਭਾਰਤ ਦੇ ਵਿੱਚ ਸ਼ਾਮਿਲ ਕੀਤੇ ਗਏ ਸੀਗੇ। ਹੁਣ ਇੱਕ 9ਵੀਂ ਸੋਧ ਸੀਗੀ ਜਿਹੜੀ ਬੇਰੁਵਾੜੀ ਦਾ ਜਿਹੜਾ ਖੇਤਰ ਹੋਇਆ ਸੀਗਾ, ਸ਼ਾਮਿਲ ਕੀਤਾ ਸੀਗਾ, ਵੀ ਜਿਹੜਾ ਪਾਕਿਸਤਾਨ ਨੂੰ ਦਿੱਤਾ ਸੀਗਾ ਜਾਂ ਬੰਗਲਾਦੇਸ਼ ਦੇ ਨਾਲ ਥੋੜ੍ਹਾ ਜਿਹਾ ਸ਼ੇਅਰ ਕੀਤਾ ਸੀਗਾ। ਉਸ ਦੇ ਜਿਹੜੇ ਖੇਤਰ ਸੀ ਦੇ ਵਿੱਚ ਭਾਰਤ ਦੇ ਲੋਕ ਜਾਂ ਪਾਕਿਸਤਾਨ ਦੇ ਜਿਹੜੇ ਲੋਕ ਸੀਗੇ ਜਾਂ ਬੰਗਲਾਦੇਸ਼ ਦੇ ਜਿਹੜੇ ਲੋਕ ਨੇਗੇ ਉਹ ਫਿਰ ਕੀ ਹੈ ਭਾਰਤ ਦੇ ਨਾਗਰਿਕ ਮੰਨੇ ਜਾਣਗੇ। ਇਹ ਜਿਹੜਾ 7 ਸੈਕਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਆ। ਮੰਨ ਲਓ ਭਾਰਤ ਦੁਆਰਾ ਕੋਈ ਖੇਤਰ ਐਕਵਾਇਰ ਕਰ ਲਿਆ ਜਾਂਦਾ ਤਾਂ ਉਸ ਖੇਤਰ ਦੇ ਵਿੱਚ ਰਹਿਣ ਵਾਲੇ ਜੋ ਵੀ ਲੋਕ ਹੈਗੇ ਨੇਗੇ ਉਹ ਭਾਰਤ ਦੇ ਕੀ ਹੈ ਨਾਗਰਿਕ ਮੰਨੇ ਜਾਣਗੇ। ਹੁਣ ਇਸ ਤੋਂ ਬਾਅਦ ਥੋੜ੍ਹੇ ਜਿਹੇ ਹੋਰ ਸੈਕਸ਼ਨ ਨੇਗੇ 8 ਨੰਬਰ ਅਤੇ 9 ਨੰਬਰ 10 ਨੰਬਰ। ਇਹ ਹੈਗੇ ਆ ਵੀ ਨਾਗਰਿਕਤਾ ਕਿਵੇਂ ਖਤਮ ਹੋ ਸਕਦੀ ਹੈ, ਨਾਗਰਿਕਤਾ ਖਤਮ ਕਿਵੇਂ ਹੋ ਸਕਦੀ ਹੈ। ਇਹ 8 ਸੈਕਸ਼ਨ ਨੰਬਰ 9, ਸੈਕਸ਼ਨ ਨੰਬਰ 10 ਕਿਸ ਦਾ 1955 ਦੇ ਜਿਹੜੇ ਸਿਟੀਜ਼ਨਸ਼ਿਪ ਐਕਟ ਦਾ। ਹੁਣ 8 ਦੇ ਵਿੱਚ ਕੀ ਹੈ ਸਵੈ ਇੱਛਾ ਦੇ ਨਾਲ ਕੋਈ ਵੀ ਬੰਦਾ ਕੀ ਹੈ ਨਾਗਰਿਕਤਾ ਦਾ ਤਿਆਗ ਕਰ ਸਕਦਾ ਹੈ। ਉਸ ਤੋਂ ਬਾਅਦ ਰੱਦ ਕਰਨਾ, ਠੀਕ ਹੈ, ਮੰਨ ਲਓ ਰੱਦ ਕੀਤੀ ਜਾ ਸਕਦੀ ਹੈ। ਜਿਵੇਂ ਮੰਨ ਲਓ ਕੋਈ ਬੰਦਾ ਭਾਰਤ ਤੋਂ ਬਾਹਰ ਹੈ, ਠੀਕ ਹੈ, ਕਿਸੇ ਦੇ ਹੋਰ ਦੇਸ਼ ਦਾ, ਮੰਨ ਲਓ ਅਮਰੀਕਾ ਦਾ ਨਾਗਰਿਕ ਬਣ ਗਿਆ ਤਾਂ ਸਰਕਾਰ ਉਸ ਦੀ ਕੀ ਨਾਗਰਿਕਤਾ ਰੱਦ ਕਰ ਦੇਵੇਗੀ ਜਾਂ ਕੋਈ ਹੋਰ ਆਰਡਰ ਪਾਸ ਕਰਕੇ। ਪਰ ਇੱਕ ਹੁੰਦਾ ਵੰਚਿਤ ਕਰਨਾ, ਹੈ ਨਾ, ਕਿਸੇ ਨੂੰ ਵੰਚਿਤ ਕਰਨ ਦੇ ਵਿੱਚ ਕੀ ਹੁੰਦਾ ਹੈਗਾ ਡੈਪਰੀਵੇਸ਼ਨ। ਇਸ ਦੇ ਵਿੱਚ ਕੀ ਹੈ ਜਾਂ ਤਾਂ ਜਨਮ ਦੇ ਆਧਾਰ 'ਤੇ, ਹੈ ਨਾ, ਜਨਮ ਦੇ ਆਧਾਰ 'ਤੇ ਕਿਸੇ ਦੀ ਜਿਹੜੀ ਹੈ, ਜੇਕਰ ਆਪਾਂ ਜਨਮ ਦੇ ਆਧਾਰ 'ਤੇ ਕਹੀਏ ਨਾ ਵੀ ਭਾਰਤ ਦੇ ਵਿੱਚ ਮੰਨ ਲਓ ਕਿਸੇ ਦਾ ਜਨਮ ਹੋਇਆ, ਉਸ ਦੀ ਕੀ ਹੈ ਨਾਗਰਿਕਤਾ ਕੀ ਹੈ ਖਤਮ ਹੋ ਸਕਦੀ ਹੈ। ਇਹੋ ਜਿਹਾ ਤਾਂ ਸਰਕਾਰ ਕਰ ਹੀ ਨਹੀਂ ਸਕਦੀ। ਜਾਂ ਕੋਈ ਹੋਰ ਨਾਗਰਿਕ ਹੈ ਨਾ, ਜਾਂ ਕੋਈ ਹੋਰ ਗਲਤ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਰਹਿ ਰਿਹਾ ਹੈ ਨਾ, ਜਾਂ ਰਹਿ ਰਿਹਾ ਸੀਗਾ, ਕੋਈ ਨਾਗਰਿਕ ਬਣ ਗਿਆ ਸੀਗਾ, ਉਸਨੇ ਉਸ ਟਾਈਮ ਕੀ ਹੈ ਗਲਤ ਡਾਕੂਮੈਂਟ ਸੀਗੇ ਪੇਸ਼ ਕੀਤੇ ਸੀਗੇ, ਜਾਂ ਲਗਾਤਾਰ ਨਾਗਰਿਕ ਬਣਨ ਤੋਂ ਬਾਅਦ ਉਹ ਭਾਰਤ ਦੇ ਲਗਾਤਾਰ ਕਿਸੇ ਨਾ ਕਿਸੇ ਕੇਸ ਦੇ ਵਿੱਚ ਭਾਰਤ ਦੇ ਵਿੱਚ ਕੀ ਹੈ ਜੇਲ੍ਹ ਦੇ ਵਿੱਚ ਹੀ ਰਹਿ ਰਿਹਾ ਹੈ, ਤਾਂ ਇਹੋ ਜਿਹੇ ਵਿਅਕਤੀ ਦੀ ਵੀ ਨਾਗਰਿਕਤਾ ਖਤਮ ਕਰਨ ਦੇ ਲਈ
ਡਿਊ ਹੈ ਨਾ, ਡਿਊ ਪ੍ਰੋਸੈਸ ਲੋਅ ਵਾਲਾ ਜਿਹੜਾ ਸਿਸਟਮ ਹੈ ਨਾ, ਇੱਥੇ ਇਹ ਜਿਹੜਾ ਲਾਗੂ ਕਰਨਾ ਪਊਗਾ। ਅਤੇ ਇੱਕ ਕੋਰਟ ਦਾ ਜਿਹੜਾ ਹੈ ਜਾਂ ਕੋਰਟ ਜਾਂ ਟ੍ਰਿਬਿਊਨਲ ਬਿਠਾਉਣਾ ਪਊਗਾ, ਅਤੇ ਉੱਥੇ ਵੀ ਲਗਭਗ ਉਸ ਨੂੰ ਆਰਟੀਕਲ 14 ਦੇ ਤਹਿਤ ਸਮਾਨਤਾ ਦਿੱਤੀ ਜਾਊਗੀ। ਉਸ ਨੂੰ ਕੋਈ ਭੇਦਭਾਵ ਜਿਹੜਾ ਉਸ ਇੱਥੇ ਨਹੀਂ ਕੀਤਾ ਜਾ ਸਕਦਾ। ਤਾਂ ਭਾਵ ਇੱਥੇ ਘੱਟੋ ਘੱਟ ਇਸ ਨੂੰ ਜਿਹੜੀ ਸਮਾਨਤਾ ਦਾ ਅਧਿਕਾਰ ਹੈ ਉਹ ਪ੍ਰਾਪਤ ਹੋਵੇਗਾ। ਹੁਣ ਜਦੋਂ ਆਪਾਂ ਦੇਖਦੇ ਹਾਂ ਨਾਗਰਿਕਤਾ ਦੇ ਸੰਬੰਧੀ ਵਿਵਾਦ ਦੇ ਵਿੱਚ, ਤਾਂ ਜਿਹੜੀ ਕਾਫੀ ਮਹੱਤਵਪੂਰਨ ਚੀਜ਼ਾਂ ਨੇ ਆਪਾਂ ਨੂੰ ਨਜ਼ਰ ਆਉਂਦੀਆਂ ਨੇ। ਅਤੇ ਇਸ ਤੋਂ ਬਾਅਦ ਕਾਫੀ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਆਪਾਂ ਕੋਸ਼ਿਸ਼ ਕਰਦੇ ਹਾਂ ਅਗਲੀ ਵੀਡੀਓ ਦੇ ਵਿੱਚ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਲਗਭਗ ਇੰਨਾ ਹੀ ਹੈ, ਅਤੇ ਕੋਸ਼ਿਸ਼ ਕਰਿਓ ਇਸ ਨੂੰ ਥੋੜ੍ਹਾ ਜਿਹਾ ਪੜ੍ਹ ਕੇ ਤਾਂ ਲਗਭਗ ਇਹ ਥੋੜ੍ਹਾ ਜਿਹਾ ਬੇਸਿਕ ਜਿਹਾ ਕਨਸੈਪਟ ਸੀਗਾ। ਅਤੇ ਆਪਾਂ ਹੋਰ ਕਾਫੀ ਜਿਹੜੀ ਹੈ ਜਾਣਕਾਰੀ, ਜਿਵੇਂ ਜਾਂ ਐਕਟ ਪਾਸ ਹੋਏ ਸੀਗੇ ਜਾਂ ਹੋਰ ਸੋਧਾਂ ਹੋਈਆਂ ਸੀਗੀਆਂ, ਉਹ ਅਗਲੀ ਵੀਡੀਓ ਦੇ ਵਿੱਚ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਅੱਜ ਦੇ ਲਈ ਲਗਭਗ ਇੰਨਾ ਕਿ ਕੁਝ ਪ੍ਰੋਬਲਮ ਹੋਣ ਕਰਕੇ ਇੰਨੀ ਕੁ ਵੀਡੀਓ ਅੱਜ ਰਿਕਾਰਡ ਹੋਈ ਹੈ। ਤਾਂ ਨੈਕਸਟ ਵੀਡੀਓ ਤੁਹਾਨੂੰ ਹੁਣੇ ਪ੍ਰੋਵਾਈਡ ਹੋ ਜੂਗੀ, ਉਹਦੇ ਤੁਸੀਂ ਦੇਖ ਲੈਣਾ। ਤਾਂ ਧੰਨਵਾਦ ਸਾਰਿਆਂ ਦਾ, ਅਤੇ ਜ਼ਰੂਰਤਮੰਦਾਂ ਦੇ ਕੋਲ ਵੀਡੀਓ ਨੂੰ ਸ਼ੇਅਰ ਕਰਦੇ ਰਹੋ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।